ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ। ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ। ਜੁਗ ਹੋ ਜੁਗ ਅਟਲ ਖੰਡਾਂ ਬ੍ਰਹਮੰਡਾਂ ਦੀ ਮਾਲਕ ਵਾਲੀਏ ਕੁਲ ਆਲਮ ਪਾਕ ਏ ਪਵਿੱਤਰ ਰੂਹਾਂ ਦੀ ਰੂਹਾਨੀ ਜੋਤ ਸ਼ਬਦ ਗੁਰੂ ਸ਼ਬਦਾ ਅਵਤਾਰ ਬਾਣੀ ਦੇ ਬੋਹਿਤ ਕਲਯੁਗ ਦੀ ਜਹਾਜ਼ ਖੇਵਟ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠ ਕਰਕੇ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਕੇ ਸਾਹਿਬ ਜੀ ਦੇ ਦਰ ਕਰਦੀਆਂ ਅਸੀਸਾਂ ਬਖਸ਼ਿਸ਼ਾਂ ਰਹਿਮਤਾਂ ਦੀ ਪਾਤਰ ਬਣ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸਵਾਰੀ ਸਾਧ ਸੰਗਤ ਜੀ ਸਾਹਿਬਾਂ ਦੀ ਅਪਾਰ ਬਖਸ਼ਿਸ਼ ਮਿਹਰਮਤ ਦੇ ਸਦਕਾ ਇਹਨਾਂ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ 'ਤੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਜੋ ਲੜੀਵਾਰ ਗੁਰਬਾਣੀ ਵਿਚਾਰ ਚੱਲਦੀ ਆ ਰਹੀ ਹੈ, ਇਸੇ ਲੜੀ ਤਹਿਤ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਅਸੀਸ ਦੇ ਪਾਤਰ ਬਣੀਏ। ਸਾਹਿਬ ਜੀ ਦੇ ਮੁਬਾਰਕ ਚਰਨਾਂ ਵਿੱਚ ਸੀਸ ਝੁਕਾ ਕੇ ਰਸਨਾ ਦੀ ਸਾਂਝ ਬਣਾਉਂਦਿਆਂ ਇੱਕੋ ਵਾਰੀ ਕਹਿਣ ਤੇ ਗੱਜ ਕੇ ਆਖੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਪਵਿੱਤਰ ਲੜੀਵਾਰ ਸ਼ਬਦ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤਾ ਹੋਇਆ ਗੌੜੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 239 ਦੇ ਉੱਪਰ ਸੁਭਾਏਮਾਨ ਹੈ। ਅੱਜ ਦੇ ਇਸ ਪਾਵਨ ਪਵਿੱਤਰ ਲੜੀਵਾਰ ਸ਼ਬਦ ਦੇ ਸਮੁੱਚੇ ਮੂਲ ਸਿਧਾਂਤ ਦੇ ਅੰਦਰ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬੜੇ ਪਿਆਰੇ ਬਚਨ ਸਾਨੂੰ ਸੰਸਾਰਿਕ ਜੀਵਾਂ ਨੂੰ ਬਖਸ਼ਿਸ਼ ਕੀਤੇ ਕਿ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਤੋਂ ਵਿਹੂਣਾ ਮਨੁੱਖ ਜਿਹੜਾ ਹੈ ਉਹ ਸੰਸਾਰ ਦੇ ਉੱਤੇ ਆਪਣਾ ਜੀਵਨ ਕਿਵੇਂ ਬਸਰ ਕਰਦਾ ਹੈ। ਨਾਮ ਤੋਂ ਟੁੱਟਿਆ ਹੋਇਆ, ਬੰਦਗੀ ਤੋਂ ਟੁੱਟੇ ਹੋਏ ਮਨੁੱਖ ਦੀ ਸੰਸਾਰ ਤੇ ਹਾਲਾਤ ਕੈਸੀ ਹੈ। ਜਿਵੇਂ ਆਪਾਂ ਗੁਰੂ ਸਾਹਿਬ ਜੀ ਦੇ ਮੁਬਾਰਕ ਬਚਨ ਪੜ੍ਹਦੇ ਹਾਂ, ਗੁਰ ਮੰਤਰ ਹੀਨਸ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟਨੈ ਕੂਕਰੈ ਸੂਕਰੈ ਗਰਦਬੈ ਕਾਕੈ ਸਰਪਨੈ ਤੁਲ ਖਲੈ। ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਵਿਹੂਣਾ ਜਿਹੜਾ ਮਨੁੱਖ ਹੈ ਨਾ, ਉਹ ਕਦੇ ਕਾਂ ਵਰਗੀ, ਕਦੇ ਗਧੇ ਵਰਗੀ, ਕਦੇ ਖੋਤੇ ਵਰਗੀ, ਕਦੇ ਸੂਰ ਵਰਗੀ ਇਸ ਸੰਸਾਰ ਦੇ ਉੱਤੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰਦਾ ਹੈ। ਮਨੁੱਖ ਹੋ ਕੇ ਵੀ ਉਹ ਮਨੁੱਖਾਂ ਵਰਗੀ ਸੰਸਾਰ ਤੇ ਜ਼ਿੰਦਗੀ ਬਤੀਤ ਨਹੀਂ ਕਰਦਾ। ਅੱਜ ਦੇ ਇੰਜ ਕਹਿ ਦਈਏ, ਇਹਨਾਂ ਸ਼ਬਦਾਂ ਦੀ ਵਿਆਖਿਆ ਹੀ ਅੱਜ ਦੇ ਮੁਬਾਰਕ ਸ਼ਬਦ ਵਿੱਚ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਪਰਮਾਤਮਾ ਦੇ ਨਾਮ ਤੋਂ ਵਿਹੂਣਾ ਮਨੁੱਖ ਸੰਸਾਰ ਦੇ ਉੱਤੇ ਜੀਵਨ ਕਿਵੇਂ ਦਾ ਬਤੀਤ ਕਰਦਾ। ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ਼ ਨਾਹੀ ਕਸ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਮਾਨ। ਪਾਤਸ਼ਾਹ ਕਹਿੰਦੇ ਇੱਦਾਂ ਦਾ ਜੀਵਨ ਮਨੁੱਖ ਦਾ ਸੰਸਾਰ ਦੇ ਉੱਤੇ ਬਤੀਤ ਹੁੰਦਾ ਹੈ। ਕਿਸ ਮਨੁੱਖ ਦਾ? ਜਿਹੜਾ ਪਰਮਾਤਮਾ ਦੇ ਨਾਮ ਤੋਂ ਟੁੱਟਿਆ ਹੋਇਆ ਹੈ, ਉਹਨੂੰ ਜ਼ਿੰਦਗੀ ਜੀਵਨ ਦਾ ਸੰਸਾਰ ਤੇ ਪਤਾ ਨਹੀਂ। ਆਓ ਮੁੱਢ ਤੋਂ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰਦੇ ਹਾਂ ਕਿ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਅੱਜ ਦੇ ਇਸ ਪਾਵਨ ਪਵਿੱਤਰ ਲੜੀਵਾਰ ਸ਼ਬਦ ਵਿੱਚ ਸਾਨੂੰ ਸੰਸਾਰਿਕ ਜੀਵਾਂ ਨੂੰ ਕੀ ਸੇਧ ਗਿਆਨ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪੰਜਵਾ। ਗੌੜੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ। ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉ ਜੀਵੇ ਸਾਕਤ ਨਾਮ ਬਿਸਾਰੀ। ਪਾਤਸ਼ਾਹ ਕਹਿੰਦੇ ਕਿ ਪਰਮਾਤਮਾ ਦੇ ਸਿਮਰਨ ਤੋਂ ਵਿਹੂਣੇ ਮਨੁੱਖ ਦੀ ਆਰਜਾਰੀ ਭਾਵ ਕਿ ਉਹਦੀ ਉਮਰ ਇਸ ਤਰ੍ਹਾਂ ਸੰਸਾਰ ਤੇ ਬਤੀਤ ਹੁੰਦੀ ਹੈ, ਜਿਉ ਜੀਵੇ ਸਾਕਤ ਨਾਮ ਵਿਸਾਰੀ। ਪਾਤਸ਼ਾਹ ਕਹਿੰਦੇ ਕਿ ਜਿਵੇਂ ਸਾਕਤ ਮਨੁੱਖ, ਸਾਕਤ ਕਹਿੰਦੇ ਨੇ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨੂੰ, ਰੱਬ ਦੀ ਬੰਦਗੀ ਤੋਂ ਖੁੰਝੇ ਹੋਏ ਮਨੁੱਖ ਨੂੰ, ਪਰਮਾਤਮਾ ਦੇ ਉੱਤੇ ਭਰੋਸਾ ਨਾ ਕਰਨ ਵਾਲੇ ਮਨੁੱਖ ਨੂੰ, ਇਸੇ ਕਰਕੇ ਗੁਰੂ ਸਾਹਿਬ ਜੀ ਗੁਰਬਾਣੀ ਅੰਦਰ ਜ਼ਿਕਰ ਕਰਦੇ ਨੇ ਕਿ ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਕਹਿੰਦੇ ਕਿ ਸਾਕਤ ਮਨੁੱਖ ਦਾ ਕਦੇ ਵੀ ਸੰਗ ਨਹੀਂ ਕਰਨਾ ਚਾਹੀਦਾ। ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਕਹਿੰਦੇ ਜਿਵੇਂ ਆਪਾਂ ਕੋਲਿਆਂ ਦੀ ਖਾਣ ਵਿੱਚ ਵੜ ਜਾਈਏ ਤੇ ਸਾਧ ਸੰਗਤ ਉੱਥੋਂ ਆਪਾਂ ਕਦੇ ਕਾਲਕ ਤੋਂ ਬਚ ਨਹੀਂ ਸਕਦੇ। ਇਸੇ ਤਰ੍ਹਾਂ ਜੀ ਸਾਕਤ ਮਨੁੱਖ, ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦੀ ਸੰਗਤ ਕਰਾਂਗੇ ਨਾ ਤੇ ਉਹਦੀ ਭੈੜੀ ਕੁਸੰਗਤ ਦਾ ਸਾਡੇ ਉੱਤੇ ਵੀ ਜ਼ਰੂਰ ਕੋਈ ਨਾ ਕੋਈ ਅਸਰ ਹੋ ਜਾਵੇਗਾ। ਉਹਦੇ ਮਾੜੇ ਵਿਚਾਰਾਂ ਦਾ ਸਾਡੇ ਉੱਤੇ ਵੀ ਕੋਈ ਨਾ ਕੋਈ ਪ੍ਰਭਾਵ ਜ਼ਰੂਰ ਬਣ ਜਾਵੇਗਾ। ਗੁਰੂ ਸਾਹਿਬ ਜੀ ਕਹਿੰਦੇ ਬਿਨ ਸਿਮਰਨ ਜੈਸੇ ਸਰਪ ਆਰਜਾਰੀ। ਪਰਮਾਤਮਾ ਦੇ ਸਿਮਰਨ ਤੋਂ ਵਿਹੂਣੇ ਮਨੁੱਖ ਦੀ ਆਰਜਾ ਜਿਹੜੀ ਹੈ, ਉਮਰ ਜਿਹੜੀ ਹੈ, ਉਹ ਸੱਪ ਦੀ ਤਰ੍ਹਾਂ ਬਤੀਤ ਹੁੰਦੀ ਹੈ। ਹੁਣ ਬੰਦਾ ਪੁੱਛੇ ਕਿ ਸੱਪ ਦੀ ਉਮਰ ਕੈਸੀ ਹੈ? ਆਪਾਂ ਗੁਰੂ ਸਾਹਿਬ ਜੀ ਦੇ ਮੁਬਾਰਕ ਬਚਨ ਪੜ੍ਹਦੇ ਹਾਂ, ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ। ਪਾਤਸ਼ਾਹ ਕਹਿੰਦੇ ਕਿ ਪਰਮਾਤਮਾ ਦੇ ਸਿਮਰਨ ਤੋਂ ਵਿਹੂਣੇ ਮਨੁੱਖ ਦੀ ਜ਼ਿੰਦਗੀ ਸੱਪ ਵਰਗੀ ਹੈ। ਸੱਪ ਦੀ ਜ਼ਿੰਦਗੀ ਸਾਧ ਸੰਗਤ ਉਮਰ ਬੜੀ ਲੰਬੇਰੀ ਹੁੰਦੀ ਹੈ, ਪਰ ਸਾਰੀ ਜ਼ਿੰਦਗੀ ਸੱਪ ਜਿਹੜਾ ਉਹ ਸੜ ਸੜ ਕੇ ਮਰਦਾ ਹੈ। ਗਰਮੀਆਂ ਦੇ ਦਿਨਾਂ ਵਿੱਚ ਆਪਾਂ ਵੇਖਦੇ ਹਾਂ ਸੱਪ ਜਿਹੜੇ ਨੇ ਉਹ ਖੁੱਡਾਂ ਦੇ ਵਿੱਚੋਂ ਬਾਹਰ ਨਿਕਲਦੇ ਨੇ। ਇੱਕ ਤੇ ਉਹਨਾਂ ਦੇ ਅੰਦਰ ਦਾ ਜ਼ਹਿਰ ਸਤਾਉਂਦਾ ਹੈ ਤੇ ਦੂਸਰਾ ਸਾਧ ਸੰਗਤ ਉਹਨਾਂ ਨੂੰ ਬਾਹਰ ਦੀ ਤਪਸ਼ ਸਤਾਉਂਦੀ ਹੈ। ਇਸੇ ਤਰ੍ਹਾਂ ਜਿਹੜੇ ਮਨੁੱਖ ਰੱਬ ਦੇ ਨਾਮ ਤੋਂ ਟੁੱਟੇ ਹੋਏ ਮਨੁੱਖ ਹੁੰਦੇ ਨੇ ਨਾ, ਉਹ ਅੰਦਰੋਂ ਵੀ ਦੁਖੀ ਹੁੰਦੇ ਨੇ ਤੇ ਬਾਹਰੋਂ ਵੀ ਦੁਖੀ ਹੁੰਦੇ ਨੇ। ਭਾਵੇਂ ਉਹਨਾਂ ਦੇ ਕੋਲ ਲੱਖਾਂ ਰੁਪਏ ਹੋਣ, ਪਰ ਉਹ ਸੜ ਸੜ ਕੇ ਆਪਣਾ ਜੀਵਨ ਜਿਹੜਾ ਹੈ ਨਾ, ਦੁਖੀ ਹੋ ਕੇ ਆਪਣਾ ਜੀਵਨ ਸੰਸਾਰ ਤੇ ਬਤੀਤ ਕਰਦੇ ਨੇ। ਸੁੱਖ ਦੀ ਜ਼ਿੰਦਗੀ ਜਿਹੜੀ ਹੈ ਉਹ ਕਦੇ ਬਤੀਤ ਨਹੀਂ ਕਰਦੇ। ਜਿਵੇਂ ਸੱਪ ਆਪਣੇ ਜ਼ਹਿਰ ਦੇ ਕਾਰਨ ਅੰਦਰੋਂ ਵੀ ਦੁਖੀ ਹੈ ਤੇ ਬਾਹਰੋਂ ਵੀ ਦੁਖੀ ਹੈ। ਗੁਰੂ ਸਾਹਿਬ ਜੀ ਨੇ ਇੱਕ ਉਦਾਹਰਨ ਦਿੱਤੀ ਹੈ, ਕਹਿੰਦੇ ਕਿ ਸਾਪ ਕੁੰਚ ਛੋੜੈ ਬਿਖ ਨਹੀਂ ਛੱਡ। ਕਹਿੰਦੇ ਸੱਪ ਆਪਣੀ ਕੁੰਜ ਤੇ ਉਤਾਰ ਦਿੰਦਾ ਪਰ ਜ਼ਹਿਰ ਨਹੀਂ ਅੰਦਰ ਦਾ ਛੱਡਦਾ। ਇਸੇ ਤਰ੍ਹਾਂ ਬੰਦਾ ਵੀ ਕਈ ਵਾਰੀ ਆਪਣੇ ਬਾਹਰ ਦੇ ਲਿਬਾਸ ਤਬਦੀਲ ਕਰ ਲੈਂਦਾ ਹੈ, ਪਰ ਅੰਦਰੋਂ ਵਿਕਾਰਾਂ ਦੀ ਗੰਦਗੀ, ਅੰਦਰੋਂ ਮੰਦੇ ਖਿਆਲਾਂ ਦਾ ਜ਼ਹਿਰ ਜਿਹੜਾ ਉਹ ਕਦੇ ਬਾਹਰ ਨਹੀਂ ਕੱਢਦਾ। ਗੁਰੂ ਸਾਹਿਬ ਜੀ ਕਹਿੰਦੇ ਫਿਰ ਦੁਖੀ ਹੁੰਦਾ ਹੈ ਔਰ ਇੱਕ ਇੱਕ ਪਲ, ਇੱਕ ਇੱਕ ਖਿਣ ਸੰਸਾਰ ਦੇ ਉੱਤੇ ਦੁਖੀ ਹੋ ਕੇ ਆਪਣਾ ਜੀਵਨ ਬਤੀਤ ਕਰਦਾ ਹੈ। ਵੈਸੇ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਅੰਦਰ ਇੱਕ ਹੋਰ ਜ਼ਿਕਰ ਕੀਤਾ ਸਾਧ ਸੰਗਤ। ਗੁਰੂ ਸਾਹਿਬ ਜੀ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਵੱਲ ਅਵਤਰੈ। ਪਾਤਸ਼ਾਹ ਕਹਿੰਦੇ ਕਿ ਇਹ ਸੱਪ ਦੀ ਜੂਨ ਪਤਾ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਤੋਂ ਵਿਹੂਣੇ ਮਨੁੱਖ, ਪਰਮਾਤਮਾ ਦੇ ਨਾਮ ਤੋਂ ਖੁੰਝ ਕੇ, ਪਰਮਾਤਮਾ ਦੇ ਨਾਲੋਂ ਟੁੱਟ ਕੇ ਜਿਹੜੇ ਮਨੁੱਖ ਸਾਰੀ ਜ਼ਿੰਦਗੀ ਮਾਇਆ ਦੀ ਦੌੜ ਵਿੱਚ ਹੀ ਲੱਗੇ ਰਹਿੰਦੇ ਨੇ, ਪਰਮਾਤਮਾ ਦਾ ਸਿਮਰਨ ਨਹੀਂ ਕਰਦੇ ਤੇ ਕੇਵਲ ਉਹਨਾਂ ਦੀ ਸੁਰਤ ਵਿੱਚ ਪੈਸਾ ਹੀ ਪੈਸਾ ਹੁੰਦਾ ਹੈ। ਸਾਹਿਬ ਕਹਿੰਦੇ ਐਸਾ ਮਨੁੱਖ ਮਰਨ ਤੋਂ ਬਾਅਦ ਸੱਪ ਦੀ ਜੂਨ ਵਿੱਚ ਪੈਂਦਾ। ਆਪਾਂ ਕਈ ਵਾਰੀ ਸਾਧ ਸੰਗਤ ਜਿਹੜਾ ਬੰਦਾ ਬੜਾ ਕੰਜੂਸ ਹੋਵੇ ਨਾ, ਉਹਦੇ ਵਾਸਤੇ ਆਪਾਂ ਸ਼ਬਦ ਵਰਤਦੇ ਹਾਂ ਤੇ ਮਾਇਆ ਤੇ ਸੱਪ ਬਣ ਕੇ ਬੈਠੇ ਵੀ। ਸਤਿਗੁਰੂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਕਈ ਮਨੁੱਖ ਜਿਨ੍ਹਾਂ ਦਾ ਧਿਆਨ ਹੀ 24 ਘੰਟੇ ਪੈਸੇ ਵਾਲੇ ਪਾਸੇ ਹੋਵੇ ਨਾ,
ਮਰਨੇ ਤੋਂ ਬਾਅਦ ਪਰਮਾਤਮਾ ਉਹਨਾਂ ਨੂੰ ਸੱਪ ਦੀ ਜੂਨ ਦੇ ਦਿੰਦਾ ਹੈ। ਔਰ ਸਾਧ ਸੰਗਤ ਉਹ ਪਲੇਸ਼ ਮਾਰ ਕੇ ਇੰਜ ਕਹਿ ਦਈਏ ਕਿ 24 ਘੰਟੇ ਐਸਾ ਮਨੁੱਖ ਜਿਹੜਾ ਹੈ ਉਹ ਦੁਖੀ ਹੋ ਕੇ ਸੰਸਾਰ ਦੇ ਉੱਤੇ ਆਪਣਾ ਸੱਪ ਦੀ ਤਰ੍ਹਾਂ ਜੀਵਨ ਬਤੀਤ ਕਰਦਾ ਹੈ, ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲੋਂ ਟੁੱਟਿਆ ਹੋਇਆ ਮਨੁੱਖ ਹੁੰਦਾ ਹੈ। ਅਗਲੀ ਗੱਲ ਗੁਰੂ ਸਾਹਿਬ ਜੀ ਕਹਿੰਦੇ ਤਿਉ ਜੀਵੇ ਸਾਕਤ ਨਾਮ ਵਿਸਾਰੀ, ਕਹਿੰਦੇ ਇਦਾਂ ਸੱਪ ਦੀ ਤਰ੍ਹਾਂ ਪਰਮਾਤਮਾ ਦੇ ਨਾਮ ਤੋਂ ਵਿਹੂਣਾ ਮਨੁੱਖ ਸੰਸਾਰ ਦੇ ਉੱਤੇ ਦੁਖੀ ਹੋ ਕੇ ਆਪਣਾ ਜੀਵਨ ਜਿਹੜਾ ਉਹ ਬਤੀਤ ਕਰਦਾ ਹੈ। ਏਕ ਨਿਮਖ ਜੋ ਸਿਮਰਨ ਮਹਿ ਜੀਆ, ਕੋਟ ਦਿਨਸ ਲਾਖ ਸਦਾ ਥਿਰ ਥੀਆ ਰਹਾਓ। ਸ਼ਬਦ ਦੇ ਕੇਂਦਰੀ ਭਾਵ ਵਿੱਚ ਗੁਰੂ ਸਾਹਿਬ ਜੀ ਨੇ ਇਸ ਗੱਲ ਦਾ ਨਿਚੋੜ ਵੀ ਕੱਢਿਆ, ਜਿਸ ਗੱਲ ਦੀ ਵਿਚਾਰਧਾਰਾ ਸਮੁੱਚੇ ਸ਼ਬਦ ਵਿੱਚ ਘੁੰਮਦੀ ਹੈ। ਅਖੀਰ ਆਪਾਂ ਕਿਸੇ ਵੀ ਪੰਕਤੀ ਦੇ ਅਰਥ ਕਰਾਂਗੇ, ਗੱਲ ਫਿਰ ਇੱਥੇ ਆਵੇਗੀ ਕਿ ਜਿਹੜਾ ਮਨੁੱਖ ਸਿਮਰਨ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਨਾ, ਉਹਦਾ ਤੇ ਇੱਕ ਨਿਮਖ ਪਲ ਸੰਸਾਰ ਦੇ ਉੱਤੇ ਕੀਤਾ ਹੋਇਆ ਬਤੀਤ ਕੀਤਾ ਹੋਇਆ ਜੀਵਨ ਵੀ ਸਫਲ ਹੈ। ਇੱਕ ਨਿਮਖ ਪਲ ਭਾਵ ਕਿ ਥੋੜਾ ਸਮਾਂ ਵੀ ਐਸੇ ਮਨੁੱਖ ਦੀ ਜੀ ਹੋਈ ਸੰਸਾਰ ਦੇ ਉੱਤੇ ਜ਼ਿੰਦਗੀ ਸਫਲ ਹੈ। ਭਾਵੇਂ ਉਹ 5 ਸਾਲ ਦੀ ਉਮਰ 'ਚ ਚੜ੍ਹਾਈ ਕਰ ਜੇ, ਭਾਵੇਂ 50 ਸਾਲ ਦੀ ਤੇ ਭਾਵੇਂ 100 ਸਾਲ ਦੀ ਉਮਰ 'ਚ ਚੜ੍ਹਾਈ ਕਰੇ, ਪਰ ਉਹਦਾ ਥੋੜਾ ਜੀਵਨ ਵੀ ਸੰਸਾਰ ਦੇ ਉੱਤੇ ਪ੍ਰਵਾਨ ਹੈ। ਕਿਸ ਮਨੁੱਖ ਦਾ? ਜਿਨੇ ਆਪਣਾ ਜੀਵਨ ਪਰਮਾਤਮਾ ਦੇ ਸਿਮਰਨ ਵਿੱਚ ਜੁੜ ਕੇ ਬਤੀਤ ਕੀਤਾ ਹੈ। ਪਾਤਸ਼ਾਹ ਕਹਿੰਦੇ ਕਿ ਕੋਟ ਦਿਨ ਲੱਖ ਸਦਾ ਥਰਥੀਆ, ਉਹਦਾ ਇੱਕ ਦਿਨ ਵੀ ਕਰੋੜਾਂ ਦਿਨਾਂ ਵਰਗਾ ਹੈ। ਸਾਧ ਸੰਗਤ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਸੰਸਾਰ ਤੇ ਬਤੀਤ ਕੀਤੀ ਹੈ, ਸਾਹਿਬ ਕਹਿੰਦੇ ਉਹਨਾਂ ਦਾ ਇੱਕ ਦਿਨ ਵੀ ਜਿਹੜਾ ਹੈ ਉਹ ਸੰਸਾਰ ਤੇ ਜੀ ਹੋਈ ਜ਼ਿੰਦਗੀ ਜਿਹੜੀ ਹੈ ਉਹ ਕਰੋੜਾਂ ਦਿਨਾਂ ਵਰਗੀ ਹੈ। ਤੇ ਜਿਹੜਾ ਰੱਬ ਦੇ ਨਾਮ ਤੋਂ ਵਿਹੂਣਾ ਮਨੁੱਖ ਹੈ, ਉਹਦੀ ਕਰੋੜਾਂ ਦਿਨਾਂ ਵਰਗੀ ਜ਼ਿੰਦਗੀ ਵੀ ਇੱਕ ਪਲ ਵਰਗੀ ਨਹੀਂ। ਭਾਵੇਂ ਉਹ 100 ਸਾਲ ਦਾ ਵੀ ਹੋ ਕੇ ਮਰੇ, ਜੇ ਉਹਨੇ ਪਰਮਾਤਮਾ ਦਾ ਨਾਮ ਨਹੀਂ ਜਪਿਆ, ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ, ਪਰਮੇਸ਼ਰ ਦਾ ਮਛਲੀ ਜਿਉਂ ਮਰੈ। ਪਰਮਾਤਮਾ ਦੇ ਨਾਮ ਤੋਂ ਵਿਹੂਣੇ ਮਨੁੱਖ ਦੀ ਸੰਸਾਰ ਤੇ ਜ਼ਿੰਦਗੀ ਨਹੀਂ, ਉਹ ਜ਼ਿੰਦਗੀ ਨਰਕ ਹੁੰਦੀ ਹੈ। ਪਰਮਾਤਮਾ ਦੇ ਨਾਮ ਵਿੱਚ ਜੁੜਿਆ ਜ਼ਿੰਦਗੀ ਸਵਰਗ ਹੁੰਦੀ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਕਿ ਭਾਈ ਏਕ ਨਿਮਖ ਜੋ ਸਿਮਰਨ ਮੈਂ ਜੀਆ, ਜਿਹੜਾ ਇੱਕ ਪਲ ਵੀ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਨਾ, ਉਹ ਆਪਣਾ ਜੀਵਨ ਸੰਸਾਰ ਤੇ ਸਫਲ ਕਰ ਦਿੰਦਾ ਹੈ। ਇੰਜ ਕਹਿ ਦਈਏ ਸਦਾ ਥਿਰ ਥੀਆ, ਉਹ ਸਦਾ ਰਹਿਣ ਵਾਲੇ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ, ਪਰਮਾਤਮਾ ਦੇ ਵਿੱਚ ਜੁੜ ਜਾਂਦਾ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇੱਦਾਂ ਰੱਬ ਦੀ ਬੰਦਗੀ ਕਰੀਏ, ਇੱਦਾਂ ਭਾਵੇਂ ਥੋੜਾ ਸਮਾਂ ਵੀ ਆਪਣਾ ਸੰਸਾਰ ਤੇ ਜੀਵਨ ਬਤੀਤ ਕਰੀਏ, ਉਹ ਸੰਸਾਰ ਤੇ ਸਫਲ ਹੋ ਜਾਵੇਗਾ। ਸ਼ਬਦ ਦੇ ਕੇਂਦਰੀ ਭਾਵ ਤੋਂ ਅੱਗੇ ਗੁਰੂ ਸਾਹਿਬ ਜੀ ਫਿਰ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਿਹੂਣਾ ਆਪਣੀ ਜ਼ਿੰਦਗੀ ਸੰਸਾਰ ਤੇ ਬਤੀਤ ਕਰਦਾ ਹੈ ਨਾ, ਕਿਵੇਂ ਕਿਵੇਂ ਦੀਆਂ ਜੂਨਾਂ, ਟੇਢੀਆਂ ਜੂਨਾਂ ਦੇ ਵਾਂਗ ਉਹ ਸੰਸਾਰ ਤੇ ਆਪਣਾ ਜੀਵਨ ਬਤੀਤ ਕਰਦਾ ਹੈ। ਪਾਤਸ਼ਾਹ ਕਹਿੰਦੇ ਬਿਨ ਸਿਮਰਨ ਤ੍ਰਿਗ ਕਰਮ ਕਰਾਸ, ਕਾਗ ਬਤਨ ਵਿਸ਼ਟਾ ਮਹਿਵਾਸ। ਪਰਮਾਤਮਾ ਦੇ ਸਿਮਰਨ ਤੋਂ ਵਿਹੂਣੇ ਮਨੁੱਖ ਦਾ ਜੀਵਨ ਜਿਹੜਾ ਹੈ ਨਾ, ਪਾਤਸ਼ਾਹ ਕਹਿੰਦੇ ਕਿ ਤ੍ਰਿਗ ਕਰਮ ਕਰਾਸ,
ਉਹਦੇ ਕੀਤੇ ਹੋਏ ਸਾਰੇ ਕਰਮ ਜਿਹੜੇ ਨੇ ਉਹ ਤ੍ਰਿਕਾਰ-ਯੋਗ ਨੇ, ਫਿਟਕਾਰ-ਯੋਗ ਨੇ। ਪਰਮਾਤਮਾ ਦੇ ਸਿਮਰਨ ਤੋਂ ਵਿਹੂਣੇ ਮਨੁੱਖ ਦੇ ਕੀਤੇ ਹੋਏ ਸਾਰੇ ਕਰਮ ਜਿਹੜੇ ਨੇ ਉਹ ਤ੍ਰਿਕਾਰ-ਯੋਗ ਨੇ, ਫਿਟਕਾਰ। ਕੰਮ ਹੀ ਐਸੇ ਕਰੇਗਾ ਮਨੁੱਖ ਜਿਹਦੇ ਨਾਲ ਹਰ ਵਕਤ ਦੁਨੀਆ ਦੇ ਲੋਕਾਂ ਦੀਆਂ ਲਾਹਣਤਾਂ ਹੀ ਪੈਂਦੀਆਂ ਰਹਿਣ। ਰੱਬ ਦੇ ਨਾਮ ਤੋਂ ਵਿਹੂਣਾ ਮਨੁੱਖ ਜ਼ਿੰਦਗੀ 'ਚ ਕਰਮ ਹੀ ਐਸੇ ਕਰਦਾ ਸਾਧ ਸੰਗਤ, ਜਿਹੜਾ ਵੀ ਕੰਮ ਕਰੇਗਾ ਉਹਨੂੰ ਫਿਟਕਾਰਾਂ ਹੀ ਪੈਣਗੀਆਂ, ਲੋਕ ਸੰਸਾਰ ਦੇ ਉੱਤੇ ਲਾਹਣਤਾਂ ਹੀ ਪਾਉਣਗੇ। ਐਸੇ ਬੰਦੇ ਦੀ ਜ਼ਿੰਦਗੀ ਜਿਉਣ ਦਾ ਕੀ ਫਾਇਦਾ ਜਿਹਨੇ ਇਹੋ ਜਿਹਾ ਕੰਮ ਸੰਸਾਰ 'ਤੇ ਕੀਤਾ ਜਿਹਦੇ ਨਾਲ ਨਾ ਪਰਿਵਾਰ ਨੂੰ ਸੁੱਖ ਅਤੇ ਨਾ ਸੰਸਾਰ ਨੂੰ ਸੁੱਖ। ਧ੍ਰਿਗ ਕਰਮ ਕਰਾਸ, ਪਾਤਸ਼ਾਹ ਕਹਿੰਦੇ ਉਹਦੇ ਕੀਤੇ ਹੋਏ ਹਰ ਕਰਮ ਜਿਹੜੇ ਨੇ ਨਾ ਉਹ ਸੰਸਾਰ 'ਤੇ ਫਿਟਕਾਰਯੋਗ ਨੇ। ਕਾਗ ਬਤਨ ਵਿਸ਼ਟਾ ਮਹਿਵਾਸ, ਪਾਤਸ਼ਾਹ ਕਹਿੰਦੇ ਉਹਦਾ ਤੇ ਸੁਭਾਅ, ਉਹਦੀ ਜ਼ਿੰਦਗੀ ਇੱਦਾਂ ਦੀ ਜਿਵੇਂ ਕਾਂ ਦੀ ਜ਼ਿੰਦਗੀ ਹੁੰਦੀ ਹੈ। ਵੈਸੇ ਕਾਂ ਦੀ ਜ਼ਿੰਦਗੀ ਕੀ ਹੈ ਸਾਧ ਸੰਗਤ? ਆਪਾਂ ਕਹਿੰਦੇ ਆ ਕਾਂ ਜਿਹੜਾ ਨਾ, ਜੇ ਕੋਈ ਬੰਦਾ ਬੜਾ ਚਲਾਕ ਹੋਵੇ ਨਾ, ਬੜੀਆਂ ਚਲਾਕੀਆਂ ਕਰਦਾ ਹੋਵੇ, ਬੜੀਆਂ ਸਿਆਣਪਾਂ ਵਰਤਦਾ ਹੋਵੇ ਨਾ, ਤੇ ਸ਼ਾਮ ਦੇ ਵਕਤ ਸਾਧ ਸੰਗਤ ਜਦੋਂ ਉਹ ਗੰਦਗੀ 'ਚ ਮੂੰਹ ਮਾਰਦਾ ਹੈ ਨਾ, ਲੋਕੀ ਕਹਿੰਦੇ ਹੈ ਤੇ ਬੜਾ ਕਾਂ ਸੀ, ਹੈ ਤੇ ਬੜਾ ਕਾਂ ਸੀ, ਬੜਾ ਚਲਾਕ ਸੀ, ਪਰ ਪਤਾ ਨਹੀਂ ਸੀ ਵੀ ਏਡੇ ਕਾਂ ਬੰਦੇ ਦੀ ਇੱਦਾਂ ਦੀ ਗੰਦੀ ਖੁਰਾਕ ਹੋ ਸਕਦੀ ਹੈ। ਕਾਂ ਬੜਾ ਸਿਆਣਾ ਹੈ, ਕਾਂ ਨੂੰ ਥੋੜ੍ਹੀ ਕੀਤਿਆਂ ਤੁਸੀਂ ਪਕੜ ਨਹੀਂ ਸਕਦੇ। ਉਹ ਇੱਕ ਪਲ ਦੇ ਵਿੱਚ ਅੱਖਾਂ ਝਮਕ ਝਮਕ ਕੇ ਵੇਖਦਾ ਕਿ ਮੇਰੇ ਪਿੱਛੇ ਤਾਂ ਕੋਈ ਨਹੀਂ, ਕੋਈ ਆਸੇ ਪਾਸੇ ਤਾਂ ਨਹੀਂ। ਬੜਾ ਚਲਾਕ ਜਾਨਵਰ ਹੈ, ਪਰ ਸਾਧ ਸੰਗਤ ਪਤਾ ਉਦੋਂ ਲੱਗਦਾ ਜਦੋਂ ਕਾਂ ਗੰਦਗੀ ਦੇ ਵਿੱਚ ਮੂੰਹ ਮਾਰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਕਈ ਦੁਨੀਆ ਦੇ ਉੱਤੇ ਇਨਸਾਨ ਜਿਹੜੇ ਹੁੰਦੇ ਨੇ ਨਾ, ਉਹ ਬੜੇ ਚਲਾਕ ਚੁਸਤ ਹੁੰਦੇ ਨੇ, ਬੜੇ ਸਿਆਣੇ ਹੋਣਗੇ, ਗੱਲਾਂ ਬੜੀਆਂ ਸਿਆਣੀਆਂ ਕਰਨਗੇ, ਗੱਲਾਂ ਬੜੀਆਂ ਸਮਝਦਾਰਾਂ ਵਾਲੀਆਂ ਕਰਨਗੇ ਕਿ ਨਸ਼ੇ ਦੇ ਨਾਲ ਜੀਵਨ ਬਰਬਾਦ ਹੋ ਜਾਂਦਾ ਹੈ, ਨਸ਼ੇ ਦੇ ਨਾਲ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਪਰ ਪਤਾ ਉਦੋਂ ਲੱਗਦਾ ਜਦੋਂ ਸ਼ਾਮ ਨੂੰ ਆਪ ਪੈਗ ਲਾਉਣ ਲੱਗ ਪੈਂਦੇ ਨੇ। ਬੰਦਾ ਕਹਿੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੈਕਚਰ ਤੇ ਬੜਾ ਵਧੀਆ ਦਿੱਤਾ, ਗੱਲਾਂ ਤੇ ਬੜੀਆਂ ਸਿਆਣੀਆਂ ਕਰ ਰਿਹਾ ਸੀ, ਪਰ ਪਤਾ ਉਦੋਂ ਲੱਗਿਆ ਕਿ ਜਦੋਂ ਸ਼ਾਮ ਦੇ ਵਕਤ ਆਪਣਾ ਜੀਵਨ ਨਸ਼ੇ ਦੀ ਪਿਆਲੀ ਦੇ ਵਿੱਚ ਡੁੱਬ ਕੇ ਬਹਿ ਗਿਆ। ਹੈ ਤੇ ਬੜਾ ਸਿਆਣਾ ਸੀ, ਗੱਲਾਂ ਬੜੀਆਂ ਸਿਆਣੀਆਂ ਕਰ ਰਿਹਾ ਸੀ, ਪਰ ਪਤਾ ਉਦੋਂ ਲੱਗਿਆ ਜਦੋਂ ਮੂੰਹ ਦੇ ਵਿੱਚ ਤੰਬਾਕੂ ਪਾ ਲਿਆ। ਇਹਨੂੰ ਕਹਿੰਦੇ ਨੇ ਸਾਧ ਸੰਗਤ ਕਾਂ ਵਰਗੀ ਜ਼ਿੰਦਗੀ। ਸਿਆਣੀਆਂ ਗੱਲਾਂ ਕਰਨੀਆਂ, ਪਰ ਸਿਆਣੀਆਂ ਗੱਲਾਂ ਕਰਕੇ ਵੀ ਸਾਧ ਸੰਗਤ ਮੂੰਹ ਦੇ ਵਿੱਚ ਗੰਦਗੀ ਪਾ ਲੈਣੀ, ਇਹਨੂੰ ਕਹਿੰਦੇ ਨੇ ਕਾਂ ਵਰਗੀ ਜ਼ਿੰਦਗੀ। ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਅੰਦਰ ਜ਼ਿਕਰ ਵੀ ਕੀਤਾ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਸੰਸਾਰ ਦੇ ਉੱਤੇ ਗੁਰਮੰਤਰਹੀਨ ਸਜੋ ਪ੍ਰਾਣੀ, ਤਰਗੰਤ ਜਨਮ ਪ੍ਰਸ਼ਨੈ, ਕੂਕਰੈ ਸੂਕਰੈ ਗਰਦਵੈ ਕਾਕੈ। ਕਾਕੇ ਦਾ ਭਾਵ ਇਹੀ ਹੈ ਕਿ ਕਾਂ ਵਰਗੀ ਜ਼ਿੰਦਗੀ। ਕਾਕੈ ਸਰਪਨੈ ਤੁਲ ਖਲੈ, ਪਾਤਸ਼ਾਹ ਕਹਿੰਦੇ ਇਹਨਾਂ ਦੇ ਤੁਲ ਉਸ ਮਨੁੱਖ ਦੀ ਜ਼ਿੰਦਗੀ ਹੁੰਦੀ ਹੈ ਜਿਹੜਾ ਪਰਮਾਤਮਾ ਦੇ ਨਾਮ ਤੋਂ ਵਿਹੂਣਾ ਹੁੰਦਾ ਹੈ। ਬੰਦਗੀ ਨਾਲ ਟੁੱਟਿਆ ਹੋਇਆ ਮਨੁੱਖ ਇੱਦਾਂ ਦੇ ਸੰਸਾਰ ਦੇ ਉੱਤੇ ਕਰਮ ਕਰਦਾ। ਕਾਗ ਬਤਨ ਵਿਸ਼ਟਾ ਮੈਂ ਬਾਸ, ਜਿਵੇਂ ਇੱਕ ਕਾਂ ਸੰਸਾਰ ਦੇ ਉੱਤੇ ਵਿਸ਼ਟਾ ਖਾ ਕੇ, ਗੰਦਗੀ ਖਾ ਕੇ ਸੰਸਾਰ 'ਤੇ ਆਪਣਾ ਜੀਵਨ ਬਤੀਤ ਕਰਦਾ ਹੈ ਨਾ, ਇੱਦਾਂ ਕਈ ਸਿਆਣੇ ਸਮਝਦਾਰ ਬੰਦੇ ਵੀ ਸਾਰੀ ਜ਼ਿੰਦਗੀ ਇਸ ਗੱਲ ਨੂੰ ਨਹੀਂ ਸਮਝ ਸਕੇ ਕਿ ਪਰਮਾਤਮਾ ਦਾ ਨਾਮ ਜਪ ਕੇ, ਨਸ਼ੇ ਪੱਤੇ ਤੋਂ ਦੂਰ ਰਹਿ ਕੇ, ਇਹ ਗੰਦਗੀ ਖੁਰਾਕ ਤੋਂ ਦੂਰ ਰਹਿ ਕੇ ਆਪਣਾ ਜੀਵਨ ਸੰਸਾਰ 'ਤੇ ਬਤੀਤ ਕਰਨਾ ਹੈ। ਇਸੇ ਤਰ੍ਹਾਂ ਪਾਤਸ਼ਾਹ ਕਹਿਣਗੇ ਜਿਹੜੇ ਮਨੁੱਖ ਪਰਮਾਤਮਾ ਦੇ ਸਿਮਰਨ ਤੋਂ ਵਿਹੂਣੇ ਹੁੰਦੇ ਨੇ, ਉਹ ਇੱਦਾਂ ਦਾ ਸੰਸਾਰ ਦੇ ਉੱਤੇ ਜੀਵਨ ਜਿਹੜਾ ਉਹ ਬਤੀਤ ਕਰਦੇ ਨੇ। ਬਿਨ ਸਿਮਰਨ ਭਏ ਕੂਕਰ ਕਾਮ, ਸਾਕਤ ਬੇਸੂਆ ਪੂਤ ਨੇ ਨਾਮ। ਪਰਮਾਤਮਾ ਦੇ ਸਿਮਰਨ ਤੋਂ ਵਿਹੂਣੇ ਮਨੁੱਖ ਦਾ ਜੀਵਨ ਜਿਹੜਾ ਉਹ ਕੂਕਰ ਕਾਮ, ਕੂਕਰ ਕਹਿੰਦੇ ਨੇ ਕੁੱਤੇ ਨੂੰ। ਪਾਤਸ਼ਾਹ ਕਹਿਣਗੇ ਐਸੇ ਮਨੁੱਖ ਦੀ ਜ਼ਿੰਦਗੀ ਸੰਸਾਰ ਦੇ ਉੱਤੇ ਕੁੱਤੇ ਵਰਗੀ ਹੁੰਦੀ ਹੈ। ਉਹ ਬੰਦਾ ਹੋ ਕੇ ਵੀ ਬੰਦਿਆਂ ਵਰਗੀ ਜ਼ਿੰਦਗੀ ਨਹੀਂ ਬਤੀਤ ਕਰਦਾ। ਇਸੇ ਕਰਕੇ ਸਾਹਿਬ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬੰਦਿਆ ਸੰਗਤ ਵਿੱਚ ਮਿਲ ਕੇ ਰੱਬ ਦੀ ਬੰਦਗੀ ਕਰਿਆ ਕਰ। ਆ ਜਿਹੜੇ ਦੁਨਿਆਵੀ ਕੰਮ ਕਾਜ ਨੇ ਨਾ, ਅਵਰ ਕਾਜ ਦਾ ਭਾਵ ਅਰਥ ਇੱਥੇ ਇਹ ਹੈ ਕਿ ਨਾਮ ਤੋਂ ਵਿਹੂਣਾ ਰਹਿ ਕੇ ਜਿਹੜੇ ਤੂੰ ਕੰਮ ਕਰ ਰਿਹਾ, ਭਾਵੇਂ ਬੜੇ ਚੰਗੇ ਕੰਮ ਕਰ ਰਹੇ, ਬੜੀ ਵਧੀਆ ਫੈਕਟਰੀ ਚਲਾ ਰਹੇ ਹੈ, ਬੜਾ ਵੱਡਾ ਕਾਰੋਬਾਰ ਚਲਾ ਰਹੇ ਹੈ, ਪਰ ਸੱਚ ਜਾਣੀ ਉਹ ਕਿਸੇ ਲੇਖੇ ਵਿੱਚ ਨਹੀਂ। ਇਹ ਕੰਮ ਕਾਜ ਕੀਤਿਆਂ ਤੇਰਾ ਜੀਵਨ ਸਫਲ ਨਹੀਂ ਹੋਣਾ। ਤੇਰਾ ਜੀਵਨ ਤਾਂ ਸਫਲ ਹੋਵੇਗਾ ਜੇ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਜੇ ਹੱਥਾਂ ਪੈਰਾਂ ਦੇ ਨਾਲ ਕੰਮਕਾਰ ਵੀ ਕਰੇਗਾ ਤੇ ਚਿੱਤ ਬਿਰਤੀ ਪਰਮਾਤਮਾ ਦੇ ਚਰਨਾਂ 'ਚ ਜੋੜ ਕੇ ਰੱਖੇਗਾ।
ਤਾਂ ਤੇਰਾ ਜੀਵਨ ਸਫਲ ਹੋਣਾ ਹੈ। ਗੁਰੂ ਸਾਹਿਬ ਜੀ ਕਹਿੰਦੇ ਬਿਨ ਸਿਮਰਨ ਭਏ ਕੂਕਰ ਕਾਮ। ਗੁਰੂ ਸਾਹਿਬ ਜੀ ਕਹਿੰਦੇ ਕਈ ਵਾਰੀ ਬੰਦਾ ਕੁੱਤਿਆਂ ਵਰਗੇ ਕੰਮ ਕਰਦਾ ਜ਼ਿੰਦਗੀ ਦੇ ਵਿੱਚ, ਕੁੱਤਿਆਂ ਵਰਗੇ। ਕੁੱਤੇ ਦਾ ਕੰਮ ਕੀ ਹੈ? ਸਾਧ ਸੰਗਤ ਗੁਰਬਾਣੀ 'ਚ ਗੁਰੂ ਸਾਹਿਬ ਜੀ ਨੇ ਉਦਾਹਰਨ ਦਿੱਤੀ ਹੈ ਲਾਲਚ, ਕਿ ਲੋਭੀ ਕਾ ਵਿਸਾਹੂ ਨਾ ਕੀਜੈ, ਜੇ ਕਾ ਪਾਰ ਵਸਾਏ ਅੰਤ ਕਾਲ ਤਥੈ ਤੂ ਹੈ ਜਿੱਥੈ ਹੱਥ ਨਾ ਪਾਏ। ਬੰਦਾ ਲਾਲਚ ਵਸ ਹੋ ਕੇ ਆਪਣੀ ਜ਼ਿੰਦਗੀ ਕੁੱਤੇ ਵਾਂਗ ਬਤੀਤ ਕਰਦਾ, ਕੁੱਤੇ ਵਾਂਗ। ਜਿਉ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ। ਪਾਸੇ ਕਹਿਣਗੇ ਇਦਾਂ ਜਿਹੜਾ ਲਾਲਚੀ ਬੰਦਾ ਹੁੰਦਾ ਹੈ ਨਾ, ਉਹ ਕੁੱਤੇ ਦੀ ਤਰ੍ਹਾਂ ਜਦੋਂ ਹਲਕਾਇਆ ਜਾਂਦਾ ਨਾ, ਹਲਕਾਇਆ ਜਾਂਦਾ ਹੈ, ਫਿਰ ਉਹਨੂੰ ਆਪਣੀ ਪਰਾਈ ਦੀ ਪਛਾਣ ਨਹੀਂ ਰਹਿੰਦੀ ਕਿ ਆਹ ਤੇ ਮੇਰਾ ਆਪਣੇ ਚਾਚੇ ਤਾਏ ਦਾ ਪੁੱਤਰ ਹੈ, ਇਹ ਤੇ ਮੇਰਾ ਭਰਾ ਲੱਗਦਾ, ਘੱਟੋ ਘੱਟ ਇਹਦੇ ਨਾਲ ਤੇ ਮੈਂ ਠੱਗੀ ਨਾ ਮਾਰਾਂ। ਆਹ ਤੇ ਮੇਰਾ ਰਿਸ਼ਤੇਦਾਰ ਲੱਗਦਾ, ਘੱਟੋ ਘੱਟ ਮੈਂ ਇਹਦੇ ਨਾਲ ਤੇ ਠੱਗੀ ਨਾ ਮਾਰਾਂ। ਉਹ ਜਿਵੇਂ ਹਲਕਾਇਆ ਕੁੱਤਾ, ਜਦੋਂ ਉਹਨੂੰ ਹਲਕਾ ਚੜ ਜਾਂਦਾ ਤੇ ਉਹ ਆਪਣੇ ਮਾਲਕ ਨੂੰ ਹੀ ਵੱਢਣਾ ਸ਼ੁਰੂ ਕਰ ਦਿੰਦਾ। ਗੁਰੂ ਸਾਹਿਬ ਜੀ ਕਹਿੰਦੇ ਇੱਦਾਂ ਜਿਹੜੇ ਰੱਬ ਦੇ ਨਾਮ ਤੋਂ ਵਿਹੂਣੇ ਲਾਲਚੀ ਮਨੁੱਖਾਂ ਵਰਗਾ, ਕੁੱਤੇ ਵਰਗਾ ਸੰਸਾਰ ਤੇ ਜੀਵਨ ਬਤੀਤ ਕਰਦੇ ਨੇ ਨਾ, ਸਾਹਿਬ ਕਹਿੰਦੇ ਉਹ ਵੀ ਮਨੁੱਖ ਜਿਹੜਾ ਹੈ ਨਾ, ਉਹ ਸੰਸਾਰ ਦੇ ਉੱਤੇ ਲਾਲਚ ਵਸ ਹੋਇਆ, ਆਪਣਾ ਪਰਾਇਆ ਨਾ ਪਛਾਣੇ, ਨਾ ਉਹ ਆਪਣਿਆਂ ਦੀ ਪਛਾਣ ਕਰਦਾ ਨਾ ਪਰਾਇਆਂ ਦੀ। ਉਹ ਜਿਹੜਾ ਵੀ ਆਉਂਦਾ ਉਸੇ ਨੂੰ ਰਗੜਾ ਚਾੜੀ ਜਾਂਦਾ, ਜਿਹੜਾ ਵੀ ਆਉਂਦਾ ਉਸੇ ਨੂੰ ਠੱਗੀ ਜਾਂਦਾ, ਜਿਹੜਾ ਵੀ ਆਉਂਦਾ ਉਹਦੇ ਨਾਲ ਹੀ ਉਹ ਸੰਸਾਰ ਦੇ ਉੱਤੇ ਬਦਖੋਈਆਂ ਕਰਦਾ ਹੈ। ਤੇ ਉਸ ਮਨੁੱਖ ਨੂੰ ਜਿਹੜਾ ਉਹ ਡੰਗ ਮਾਰਦਾ, ਇੰਜ ਕਹਿ ਦਈਏ ਵੀ ਉਹਨੂੰ ਹਲਕਾ ਦੇ ਵਿੱਚ ਆਇਆ ਹੋਇਆ, ਲਾਲਚ ਵਸ ਆਇਆ ਹੋਇਆ ਜਿਹੜਾ ਨਾ ਉਹ ਠੱਗ ਲੈਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਕਈ ਬੰਦੇ ਜ਼ਿੰਦਗੀ ਜਿਹੜੀ ਹੈ ਉਹ ਕੁੱਤੇ ਵਰਗੀ ਬਤੀਤ ਕਰਦੇ ਨੇ। ਵੈਸੇ ਸਾਧ ਸੰਗਤ ਗੁਰਬਾਣੀ ਅੰਦਰ ਗੁਰੂ ਸਾਹਿਬ ਜੀ ਨੇ ਕੁੱਤੇ ਦਾ ਇੱਕ ਚੰਗਾ ਗੁਣ ਵੀ ਬਿਆਨ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਬੰਦਿਆ ਉਹਦੇ ਵਿੱਚ ਅਵਗਣ ਹੀ ਨਹੀਂ, ਉਹਦੇ ਵਿੱਚ ਇੱਕ ਗੁਣ ਵੀ ਹੈ। ਕਿਤੇ ਇੱਦਾਂ ਦਾ ਗੁਣ ਵੀ ਤੂੰ ਆਪਣੀ ਜ਼ਿੰਦਗੀ 'ਚ ਧਾਰਨ ਕਰ ਲਵੇਂ ਨਾ, ਤੇ ਤਾਂ ਵੀ ਤੇਰਾ ਜੀਵਨ ਸਫਲ ਹੋ ਸਕਦਾ ਹੈ। ਕੁੱਤੇ ਵਿੱਚ ਇੱਕ ਗੁਣ ਹੈ ਸਾਧ ਸੰਗਤ, ਉਹ ਗੁਣ ਕਿਹੜਾ ਹੈ? ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਪਾਤਸ਼ਾਹ ਕਹਿੰਦੇ ਜਿਵੇਂ ਇੱਕ ਕੁੱਤਾ ਜਿਹੜਾ ਹੁੰਦਾ ਨਾ, ਜੇ ਮਾਲਕ ਨੇ ਪਾਲਿਆ ਹੋਵੇ ਨਾ, ਮਾਲਕ ਨੇ ਪਾਲਿਆ ਹੋਵੇ, ਉਹਦੇ ਦਰਵਾਜ਼ੇ ਤੇ ਰਹਿੰਦਾ ਹੈ, ਮਾਲਕ ਉਹਨੂੰ ਪ੍ਰਸ਼ਾਦਾ ਪਾਣੀ ਸਮੇਂ ਦੇ ਅਨੁਸਾਰ ਪਾਉਂਦਾ ਹੈ ਸਾਧ ਸੰਗਤ। ਤੇ ਉਹ ਜਿਹੜਾ ਕੁੱਤਾ ਹੁੰਦਾ ਹੈ ਨਾ, ਉਹ ਆਪਣੇ ਮਾਲਕ ਦੇ ਘਰ ਦੀ ਵਫਾਦਾਰੀ ਕਰਦਾ ਹੈ। ਜੇ ਮਾਲਕ 2 ਦਿਨ ਵੀ ਪ੍ਰਸ਼ਾਦਾ ਨਾ ਪਾਵੇ ਤੇ ਕਦੇ ਇੱਦਾਂ ਨਹੀਂ ਵੇਖਿਆ ਕਿ ਕੁੱਤਾ ਮਾਲਕ ਦਾ ਘਰ ਛੱਡ ਕੇ ਦੂਜੇ ਦੇ ਘਰ ਦੇ ਅੱਗੇ ਜਾ ਕੇ ਬਹਿ ਜਾਂਦਾ ਹੋਵੇ। ਕੁੱਤਾ ਜਿਹੜਾ ਜੇ ਮਾਲਕ ਉਹਨੂੰ ਮਾਰੇ ਵੀ, ਕੁੱਟੇ ਵੀ, ਤੇ ਉਹ ਕੁੱਤਾ ਬਾਹਰ ਨੂੰ ਨਹੀਂ ਭੱਜਦਾ, ਬਲਕਿ ਉਹ ਮਾਲਕ ਦੇ ਘਰ ਵਾਲੇ ਪਾਸੇ ਨੂੰ ਭੱਜਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣਗੇ ਬੰਦਿਆ ਇੱਦਾਂ ਤੈਨੂੰ ਵੀ ਭਾਵੇਂ ਤੇਰੀ ਜ਼ਿੰਦਗੀ 'ਚ ਦੁੱਖ ਆਉਣ, ਭਾਵੇਂ ਸੁੱਖ ਆਉਣ, ਪਰ ਤੈਨੂੰ ਆਪਣੇ ਮਾਲਕ ਦਾ ਦਰ ਛੱਡ ਕੇ ਦਰ ਦਰ ਦੇ ਉੱਤੇ ਸੰਸਾਰ ਤੇ ਠੋਕਰਾਂ ਨਹੀਂ ਖਾਣੀਆਂ ਚਾਹੀਦੀਆਂ। ਤੈਨੂੰ ਵੀ ਆਪਣੇ ਇੱਕ ਮਾਲਕ ਦਾ ਬਣ ਕੇ ਰਹਿਣਾ ਚਾਹੀਦਾ ਹੈ। ਜਿਵੇਂ ਭਾਈ ਨੰਦ ਲਾਲ ਜੀ ਕਹਿੰਦੇ ਨੇ, ਕਹਿੰਦੇ ਆ ਰੱਬ ਜੀ ਮੈਂ ਤੇਰੇ ਚਰਨਾਂ 'ਚ ਇੱਕ ਫਰਿਆਦ ਕਰਦਾ, ਮੈਂ ਸਾਰੀ ਜ਼ਿੰਦਗੀ ਭਟਕਦਾ ਰਿਹਾ, ਪਰ ਜਦੋਂ ਦਾ ਧੰਨ ਗੁਰ ਕਲਗੀਧਰ ਪਿਤਾ ਦੀ ਚਰਨਾਂ ਵਿੱਚ ਚੱਲ ਕੇ ਆਇਆ ਨਾ, ਮੇਰੇ ਮਨ ਦੀ ਸਾਰੀ ਭਟਕਣਾ ਦੂਰ ਹੋ ਗਈ। ਮੇਰੇ ਸਾਹਿਬ ਜੀ ਹੁਣ ਮੇਰੇ ਤੇ ਕਿਰਪਾ ਕਰਿਓ। ਮਬਰ ਐਬਾਦ ਖਾਕਮ ਅਜ ਦਰ ਦੂਸ਼ਿਤ, ਦੁਸ਼ਮਣਮ ਸਰਜਨਸ ਕੁਨਦ ਕੇ ਹਰਜਾਇਸਤ। ਕਹਿਣਗੇ ਐ ਹਵਾ ਮੇਰੇ ਮਰਨੇ ਤੋਂ ਬਾਅਦ ਮੇਰੇ ਤੇ ਇੱਕ ਪਰ ਉਪਕਾਰ ਕਰੀ। ਹਵਾ ਕਹਿਣ ਲੱਗੀ ਕਿਹੜਾ? ਭਾਈ ਨੰਦ ਲਾਲ ਜੀ ਕਹਿਣ ਲੱਗੇ ਮੇਰੇ ਮਰਨੇ ਤੋਂ ਬਾਅਦ ਮੇਰੇ ਤਨ ਦੀ ਖਾਕ ਨੂੰ ਉਡਾ ਕੇ ਕਿਸੇ ਦੂਸਰੇ ਦੇ ਦਰ ਤੇ ਨਾ ਲੈ ਕੇ ਜਾਵੀਂ, ਕਿਉਂਕਿ ਮੈਂ ਸਾਰੀ ਉਮਰ ਹੁਣ ਜੀਵਨ ਦੇ ਅਖੀਰਲੇ ਵੇਲੇ ਆ ਕੇ ਧੰਨ ਗੁਰ ਕਲਗੀਧਰ ਪਿਤਾ ਦੇ ਚਰਨਾਂ ਦਾ ਭੌਰਾ ਬਣ ਗਿਆ। ਮੈਂ ਨਹੀਂ ਚਾਹੁੰਦਾ ਹੁਣ ਮੇਰੇ ਤਨ ਦੀ ਖਾਕ ਵੀ ਉੱਡ ਕੇ ਕਿਸੇ ਦੂਸਰੇ ਦੇ ਦਰ ਦੇ ਉੱਤੇ ਜਾਵੇ। ਭਾਈ ਨੰਦ ਲਾਲ ਜੀ ਤੇ ਕਹਿੰਦੇ ਨੇ ਮੇਰੇ ਤਨ ਦੀ ਖਾਕ ਵੀ ਨਹੀਂ ਉੱਡ ਕੇ ਦੂਸਰੇ ਦੇ ਦਰ ਤੇ ਜਾਣੀ ਚਾਹੀਦੀ। ਅਸੀਂ ਜਿਉਂਦੇ ਜੀ ਆਪਣਾ ਤਨ ਲੈ ਕੇ ਦਰ ਦਰ ਦੇ ਉੱਤੇ ਭਟਕਦੇ ਫਿਰਦੇ। ਇੱਕ ਪਾਸੇ ਕਈ ਵੀ ਜਾਂਦੇ ਆ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੂ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੇ ਦੂਜੇ ਪਾਸੇ ਦਰ ਦਰ ਦੇ ਉੱਤੇ ਭਟਕੀ ਵੀ ਜਾਂਦੇ ਆ। ਇੱਕ ਪਾਸੇ ਪੜ੍ਹੀ ਵੀ ਜਾਂਦੇ ਆ, ਧਰ ਜੀੜੇ ਇੱਕ ਟੇਕ ਤੂੰ ਲਾਹੇ ਬਿਡਾਣੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਇੱਕ ਪਾਸੇ ਪੜ੍ਹੀ ਜਾਂਦੇ ਆ ਤੇ ਦੂਜੇ ਪਾਸੇ ਦਰ ਦਰ ਦੇ ਉੱਤੇ ਭਟਕੀ ਵੀ ਜਾਂਦੇ ਆ। ਇੱਕ ਗੁਰੂ ਦੇ ਉੱਤੇ ਸਾਨੂੰ ਭਰੋਸਾ ਹੀ ਨਹੀਂ।
ਇੱਕ ਗੁਰੂ ਤੇ ਸਾਨੂੰ ਯਕੀਨ ਹੀ ਨਹੀਂ। ਖੈਰ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਇਸੇ ਤਰ੍ਹਾਂ ਕਈ ਮਨੁੱਖ ਸੰਸਾਰ ਦੇ ਉੱਤੇ ਲਾਲਚ ਵਸ ਹੋ ਕੇ ਆਪਣਾ ਜੀਵਨ ਸੰਸਾਰ ਦੇ ਉੱਤੇ ਬਤੀਤ ਕਰਦੇ ਨੇ, ਤੇ ਜਿਹੜਾ ਬਹੁਤਿਆਂ ਦਰਾਂ ਦੇ ਉੱਤੇ ਸੰਸਾਰ ਤੇ ਭਟਕਦਾ ਹੋਵੇ ਨਾ, ਉਹਦੇ ਵਾਸਤੇ ਮੋਹਰ ਨਹੀਂ ਲਾਈ ਜਾ ਸਕਦੀ ਕਿ ਇਹ ਫਲਾਣੇ ਬਾਪ ਦਾ ਪੁੱਤਰ ਹੈ। ਇਹ ਨਹੀਂ ਕਿਹਾ ਜਾ ਸਕਦਾ। ਉਹ ਕਹਿਣ ਲੱਗੇ ਅੱਜ ਤੇ ਇੱਥੇ ਸੀ ਤੇ ਕੱਲ ਦੂਜੇ ਦਰ ਤੇ ਚਲਾ ਗਿਆ ਭਟਕਣ ਵਾਸਤੇ, ਉੱਥੇ ਜਾ ਕੇ ਮੱਥੇ ਟੇਕਣ ਲੱਗ ਪਿਆ। ਮੁਆਫ ਕਰਨਾ ਸਾਧ ਸੰਗਤਾਂ, ਜਿਵੇਂ ਆਨੰਦਪੁਰ ਸਾਹਿਬ ਹੋਲਾ ਮਹੱਲਾ ਆ ਰਿਹਾ ਨਾ, ਬੜੀਆਂ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦੀਆਂ ਨੇ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਮਨ ਵਿੱਚ ਕਈ ਵਾਰੀ ਰੋਸ ਆਉਂਦਾ ਹੈ ਜਦੋਂ ਲੋਕ ਇਦਾਂ ਦੀਆਂ ਗੱਲਾਂ ਕਰਦੇ ਨੇ। ਕਹਿੰਦੇ ਜੀ ਜਿੰਨਾ ਚਿਰ ਨੈਣਾ ਦੇਵੀ ਤੇ ਮੱਥਾ ਨਾ ਟੇਕ ਕੇ ਆਈਏ ਉਹਨਾਂ ਚਿਰ ਯਾਤਰਾ ਸਫਲ ਨਹੀਂ ਹੁੰਦੀ। ਕਈ ਲੋਕਾਂ ਦੇ ਮਨ ਦੀ ਭਾਵਨਾ ਸਾਧ ਸੰਗਤ, ਹਰ ਧਰਮ ਦਾ ਆਪੋ ਆਪਣਾ ਪੈਰੋਕਾਰ ਹੈ, ਸਵੀਕਾਰ ਹੈ ਉਹਨਾਂ ਵੀਰਾਂ ਨੂੰ ਜਿਹੜੇ ਉਸ ਦਰ ਤੇ ਜਾਂਦੇ ਨੇ। ਪਰ ਗੁਰੂ ਕਾ ਸਿੱਖ ਜਿਹੜਾ ਧੰਨ ਗੁਰੂ ਕਲਗੀਧਰ ਪਿਤਾ ਦੇ ਚਰਨਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਨਮਸਕਾਰ ਕਰ ਆਇਆ ਨਾ ਸਾਧ ਸੰਗਤ, ਜਿਹਨੇ ਧੰਨ ਗੁਰੂ ਕਲਗੀਧਰ ਪਿਤਾ ਦੇ ਖਾਲਸੇ ਦੀ ਜਨਮ ਭੂਮੀ ਤੇ ਜਾ ਕੇ ਨਮਸਕਾਰ ਕਰ ਲਈ, ਸੱਚ ਜਾਣੇ ਉਹਦੀ ਤੇ ਯਾਤਰਾ ਉੱਥੇ ਹੀ ਸਫਲ ਹੋ ਜਾਂਦੀ ਹੈ। ਉਹਨੂੰ ਕਿਸੇ ਹੋਰ ਦੇ ਦਰ ਤੇ ਜਾਣ ਦੀ ਲੋੜ ਨਹੀਂ, ਕਿਉਂਕਿ ਮੇਰੇ ਪਾਤਸ਼ਾਹ ਦੇ ਦਰ ਤੋਂ ਵੱਡਾ ਦੁਨੀਆ ਦੇ ਇਤਿਹਾਸ ਵਿੱਚ ਹੋਰ ਕੋਈ ਦਰ ਨਹੀਂ। ਤੇ ਜਿਹਦੀ ਬਾਬੇ ਨਾਨਕ ਦੇ ਘਰ ਦੇ ਦਰ ਦੇ ਉੱਤੇ ਜਾ ਕੇ ਵੀ ਯਾਤਰਾ ਸਫਲ ਨਹੀਂ ਨਾ ਹੋਈ, ਉਹ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੇ ਜਾ ਕੇ ਭੜਕ ਕੇ ਨਮਸਕਾਰਾਂ ਕਰ ਲਵੇ, ਉਹਦੀ ਯਾਤਰਾ ਸਫਲ ਹੋ ਹੀ ਨਹੀਂ ਸਕਦੀ। ਮੇਰੇ ਕਹਿਣ ਤੋਂ ਮੁਰਾਦ ਵੀ ਧੰਨ ਗੁਰ ਕਲਗੀਧਰ ਪਿਤਾ ਦੇ ਦਰ ਤੋਂ ਵੀ ਕੋਈ ਦੁਨੀਆ ਦੇ ਉੱਤੇ ਵੱਡਾ ਦਰ ਹੈ, ਜਿਸ ਦਰ ਦੇ ਉੱਤੇ ਨਾ ਜਾਇਆ ਮਨੁੱਖ ਦੀ ਯਾਤਰਾ ਸਫਲ ਨਾ ਹੁੰਦੀ ਹੋਵੇ। ਵੈਸੇ ਤੇ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਨੈਣਾ ਇੱਕ ਗੁੱਜਰ ਹੋਇਆ ਹੈ। ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਉਂਦਾ ਹੈ ਕਿ ਨੈਣਾ ਇੱਕ ਗੁੱਜਰ ਸੀ, ਜਿਹੜਾ ਉਸ ਪਹਾੜੀ ਦੇ ਟਿੱਲੇ ਦੇ ਉੱਤੇ ਪਸ਼ੂ ਚਾਰਦਾ ਸੀ। ਪਸ਼ੂਆਂ ਦੇ ਅਸਥਰਾਂ ਦੇ ਵਿੱਚੋਂ ਦੁੱਧ ਚੋਣਾ ਸ਼ੁਰੂ ਹੋ ਜਾਂਦਾ ਸੀ, ਤੇ ਉੱਥੇ ਜ਼ਿਕਰ ਚੱਲਦਾ ਸੀ ਕਿ ਇੱਥੇ ਇੱਕ ਦੈਵੀ ਸ਼ਕਤੀ ਹੈ। ਖੈਰ ਦੈਵੀ ਸ਼ਕਤੀ ਦੇ ਨਾਲ ਜ਼ਿਕਰ ਚੱਲਿਆ ਕਿ ਨਹੀਂ, ਇੱਥੇ ਨੈਣਾ ਦੇਵੀ ਹੋਈ ਹੈ। ਮੇਰੇ ਕਹਿਣ ਤੋਂ ਮੁਰਾਦ ਸਾਧ ਸੰਗਤ, ਫਿਰ ਉੱਥੇ ਰਹਿਣ ਵਾਲਾ ਕੇਸੋ ਦਾਸ ਪੰਡਤ ਇਸ ਗੱਲ ਦਾ ਦਾਅਵਾ ਕਰਦਾ ਰਿਹਾ ਕਿ ਨਹੀਂ ਜੀ ਇੱਥੇ ਤੇ ਦੇਵੀ ਨੈਣਾ ਦੇਵੀ ਹੋਈ ਹੈ। ਤੇ ਗੁਰੂ ਸਾਹਿਬ ਜੀ ਨੂੰ ਕਹਿੰਦਾ ਮੈਂ ਪ੍ਰਗਟ ਕਰਕੇ ਦਿਖਾਵਾਂਗਾ। ਤੇ ਗੁਰ ਕਲਗੀਧਰ ਪਿਤਾ ਨੇ ਉੱਥੇ ਜ਼ਿਕਰ ਕੀਤਾ ਸੀ, ਕਹਿਣ ਲੱਗੇ ਭਲਿਆ ਤੂੰ ਇਦਾਂ ਭਰਮਾਂ ਦੇ ਵਿੱਚ ਦੁਨੀਆ ਦੇ ਲੋਕਾਂ ਨੂੰ ਨਾ ਪਾ। ਪਰ ਸਾਧ ਸੰਗਤ ਉਹ ਹਟਿਆ ਨਹੀਂ। ਗੁਰੂ ਸਾਹਿਬ ਜੀ ਨੂੰ ਕਹਿੰਦਾ ਮੈਂ ਪ੍ਰਗਟ ਕਰ ਸਕਦਾ, ਪਰ ਉਹਦੇ ਵਾਸਤੇ ਖਰਚਾ ਬੜਾ ਕਰਨਾ ਪਵੇਗਾ। ਸਤਿਗੁਰੂ ਕਹਿੰਦੇ ਕਿੰਨਾ ਕੁ? ਕਹਿੰਦੇ ਇੰਨੇ ਜੱਗ ਇੰਨੇ ਹਵਨ ਕਰਨੇ ਪੈਣਗੇ ਤਾਂ ਜਾ ਕੇ ਉਹ ਦੇਵੀ ਪ੍ਰਗਟ ਹੋ ਸਕਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਖਰਚਾ ਮੇਰਾ, ਤੇ ਜੇ ਪ੍ਰਗਟ ਨਾ ਹੋਈ ਤੇ ਫਿਰ ਸਿਰ ਤੇਰਾ। ਉਹ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਸਵੀਕਾਰ ਹੈ। ਉਹਨੂੰ ਤਾਂ ਇਹ ਸੀ ਕਿ ਸਤਿਗੁਰੂ ਕੁਆਂਟਲ 2 ਕੁਆਂਟਲ ਘਿਓ ਦੇ ਦੇਣਗੇ, ਇਹਦੋਂ ਵੱਧ ਜੇ ਲੋੜ ਪਈ ਤੇ ਸਤਿਗੁਰੂ ਪਾਤਸ਼ਾਹ ਨੇ ਮੈਨੂੰ ਇਹਨਾਂ ਸਮੱਗਰੀ ਥੋੜ੍ਹੀ ਦੇ ਦੇਣੀ ਹੈ। ਮੈਂ ਤੇ ਲੱਖਾਂ ਟਨ ਜਿਹੜਾ ਘਿਓ ਹੈ ਉਹ ਅੱਗ ਦੀ ਸਮੱਗਰੀ ਵਿੱਚ ਪਾ ਕੇ ਸਾੜ ਦੇਣਾ। ਖੈਰ ਸਾਧ ਸੰਗਤ, ਜਦੋਂ ਕਿਸੇ ਪਾਸੇ ਵੀ ਗੱਲ ਨਾ ਚੱਲੀ, ਅਖੀਰ ਸ਼ਰਤ ਲਾ ਲਈ ਕੇਸੋ ਦਾਸ ਪੰਡਤ ਨੇ ਗੁਰੂ ਕਲਗੀਧਰ ਪਿਤਾ ਦੇ ਨਾਲ। ਸਤਿਗੁਰੂ ਪਾਤਸ਼ਾਹ ਸਮੱਗਰੀ ਭੇਜਦੇ ਰਹੇ ਤੇ ਕੇਸੋ ਦਾਸ ਹਵਨ ਵਿੱਚ ਪਾ ਕੇ ਉਹ ਸਮੱਗਰੀ ਸਾੜਦਾ ਰਿਹਾ। ਅਖੀਰ ਤੇ ਆ ਕੇ ਸਾਧ ਸੰਗਤ ਜਦੋਂ ਗੱਲ ਚੱਲੀ, ਗੁਰੂ ਸਾਹਿਬ ਜੀ ਕਹਿੰਦੇ ਕਿੰਨੇ ਕੁ ਦਿਨ ਬਾਕੀ ਰਹਿ ਗਏ? ਪਹਿਲਾਂ ਕਹਿੰਦਾ ਜੀ 10 ਦਿਨ ਬਾਕੀ, ਫਿਰ ਕਹਿੰਦਾ ਜੀ 5 ਦਿਨ ਬਾਕੀ ਰਹਿ ਗਏ, ਫਿਰ ਜਦੋਂ 2 ਦਿਨ ਬਾਕੀ ਰਹਿ ਗਏ ਨਾ, ਤੇ ਗੁਰੂ ਸਾਹਿਬ ਜੀ ਕਹਿੰਦੇ ਹੁਣ ਅਸੀਂ ਆਪ ਆ ਕੇ ਦਰਸ਼ਨ ਕਰਾਂਗੇ। ਵੀ ਇੰਨੇ ਟਨ ਘਿਓ ਇੰਨੀ ਸਮੱਗਰੀ ਭੇਜ ਦਿੱਤੀ ਤੇ ਅੱਜ ਆਪਾਂ ਤੇਰੀ ਦੇਵੀ ਦੇ ਦਰਸ਼ਨ ਵੀ ਕਰਾਂਗੇ। ਜਦੋਂ ਸਤਿਗੁਰੂ ਪਾਤਸ਼ਾਹ ਉਸ ਪਹਾੜੀ ਦੇ ਟਿੱਲੇ ਤੇ ਗਏ, ਤੇ ਜਿਹੜਾ ਗੁਰ ਕਲਗੀਧਰ ਪਿਤਾ ਨੇ ਫਿਰ ਵਾਅਦਾ ਕੀਤਾ ਸੀ ਵੀ ਜੇ ਪ੍ਰਗਟ ਨਾ ਹੋਈ ਤੇ ਫਿਰ ਸਿਰ ਤੇਰਾ। ਤੇ ਸਾਧ ਸੰਗਤ ਜਿਸ ਵਕਤ 2 ਦਿਨ ਬਾਕੀ ਰਹਿ ਗਏ, ਝੂਠਾ ਪੰਡਤ ਕੇਸੋ ਦਾਸ ਰਾਤੋਂ ਰਾਤ ਤੰਬੂ ਪਾੜ ਕੇ ਉੱਪਰਲੇ ਪਾਸੇ ਤੋਂ ਭੱਜ ਆਇਆ। ਜਦੋਂ ਸਵੇਰ ਹੋਈ ਨਾ, ਤੇ ਗੁਰ ਕਲਗੀਧਰ ਪਿਤਾ ਉਸ ਸਥਾਨ ਤੇ ਪਹੁੰਚੇ, ਦੇਖਿਆ ਤੇ ਕੇਸੋ ਦਾਸ ਪੰਡਤ ਉੱਥੇ ਹੈ ਹੀ ਨਹੀਂ। ਸਤਿਗੁਰੂ ਕਹਿੰਦੇ ਕੇਸੋ ਦਾਸ ਕਿੱਥੇ ਚਲਾ ਗਿਆ? ਕਹਿੰਦੇ ਪਾਤਸ਼ਾਹ ਉਹ ਤੇ ਭੱਜ ਗਿਆ। ਸਤਿਗੁਰੂ ਕਹਿੰਦੇ ਸਾਨੂੰ ਪਹਿਲੇ ਪਤਾ ਸੀ ਕਿ ਉਹ ਸਾਡੇ ਨਾਲ ਝੂਠੇ ਵਾਅਦੇ ਕਰ ਰਹੇ ਹੈ, ਉਹ ਆਪਣੇ ਕਹੇ ਹੋਏ ਬਚਨਾਂ ਤੇ ਟਿਕੇਗਾ ਨਹੀਂ, ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ। ਤੇ ਗੁਰ ਕਲਗੀਧਰ ਪਿਤਾ ਨੂੰ ਸਿੱਖ ਕਹਿਣ ਲੱਗੇ ਪਾਤਸ਼ਾਹ ਵਿੱਚ ਅੱਗ 'ਚ ਪਾ ਕੇ ਸਾੜਨ ਵਾਲਾ ਸਮਾਨ ਇਹ ਹੁਣ ਸਾਡੇ ਕਿਹੜੇ ਲੇਖੇ ਵਿੱਚ ਹੈ? ਸਾਹਿਬ ਕਹਿੰਦੇ ਇਹ ਕਿਸੇ ਲੇਖੇ ਵਿੱਚ ਨਹੀਂ, ਇਹਨੂੰ ਇੱਥੇ ਅੱਗ ਵਿੱਚ ਪਾ ਕੇ ਸਾੜ ਦਿਓ। ਤੇ ਜਦੋਂ ਜ਼ਿਆਦਾ ਸਮੱਗਰੀ ਇੱਕਦਮ ਅੱਗ ਵਿੱਚ ਪਾ ਕੇ ਸਾੜੀ, ਇੱਕਦਮ ਅੱਗ ਦਾ ਭਾਂਬੜ ਮਚਿਆ
ਤੇ ਕਈਆਂ ਨੇ ਕਹਿ ਦਿੱਤਾ ਦੇਖੋ ਜੀ ਆ ਦੇਵੀ ਪ੍ਰਗਟ ਹੋ ਗਈ। ਗੁਰ ਕਲਗੀਧਰ ਪਿਤਾ ਨੇ ਕੱਢ ਕੇ ਸ਼ਮਸ਼ੀਰ ਸਾਰਿਆਂ ਦੇ ਸਨਮੁਖ ਉਸ ਵਕਤ ਗੱਲ ਕਹੀ, ਦੇਵੀ ਇਹ ਨਹੀਂ, ਅੱਗ ਦੀ ਦੇਵੀ ਨਹੀਂ, ਅਸਲ ਵਿੱਚ ਦੈਵੀ ਸ਼ਕਤੀ ਹੈ। ਅਸਲੀ ਦੇਵੀ ਜਿਹੜੀ ਹੈ ਉਹ ਸਾਡੀ ਇਹ ਕਿਰਪਾਨ ਹੈ। ਗੁਰੂ ਸਾਹਿਬ ਜੀ ਨੇ ਕੱਢ ਕੇ ਕਿਰਪਾਨ ਜਦੋਂ ਲਹਿਰਾਈ ਤੇ ਪਾਤਸ਼ਾਹ ਕਹਿੰਦੇ ਇਹ ਹੈ ਦੈਵੀ ਸ਼ਕਤੀ, ਜਿਹਦੇ ਨਾਲ ਸਾਰੇ ਕਾਰਜ ਸਿੱਧ ਹੋ ਜਾਂਦੇ ਨੇ। ਮੇਰੇ ਕਹਿਣ ਤੋਂ ਮੁਰਾਦ ਇਹ ਹੈ ਸਾਧ ਸੰਗਤ, ਕਈ ਸਾਡੇ ਅਨਭੋਲ ਸਿੱਖ ਅੱਜ ਵੀ ਇਹ ਗੱਲਾਂ ਕਹਿ ਦਿੰਦੇ ਨੇ, ਦੇਖੋ ਜੀ ਜਿੰਨਾ ਚਿਰ ਉੱਥੇ ਨਾ ਜਾਈਏ ਯਾਤਰਾ ਸਫਲ ਨਹੀਂ ਹੁੰਦੀ। ਮੇਰੇ ਕਹਿਣ ਤੋਂ ਮੁਰਾਦ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਜੀ ਦੇ ਮੁਬਾਰਕ ਸ਼ਬਦ ਵਿੱਚ ਸਾਨੂੰ ਸੰਸਾਰਿਕ ਜੀਵਾਂ ਨੂੰ ਇਹ ਸੇਧ ਬਖਸ਼ਿਸ਼ ਕਰ ਰਹੇ ਨੇ ਕਿ ਮਨੁੱਖ ਜਿਹੜਾ ਹੈ ਉਹਨੂੰ ਕੇਵਲ ਤੇ ਕੇਵਲ ਇੱਕ ਰੱਬ ਤੇ ਭਰੋਸਾ ਕਰਨਾ ਚਾਹੀਦਾ, ਇੱਕ ਗੁਰੂ ਤੇ ਇੱਕ ਪਰਮੇਸ਼ਰ ਤੇ ਭਰੋਸਾ ਰੱਖਣਾ ਚਾਹੀਦਾ। ਤੇ ਜਿਹੜਾ ਦਰ ਦਰ ਤੇ ਭਟਕਣ ਵਾਲਾ ਮਨੁੱਖ ਹੁੰਦਾ ਹੈ ਨਾ, ਉਹ ਸੰਸਾਰ ਦੇ ਉੱਤੇ ਇਦਾਂ ਦੀ ਜ਼ਿੰਦਗੀ ਬਤੀਤ ਕਰਦਾ ਜਿਵੇਂ ਇੱਕ ਬੇਸਵਾ ਦੇ ਪੁੱਤਰ ਨੂੰ ਅਸੀਂ ਕੋਈ ਨਾਮ ਨਹੀਂ ਨਾ ਦੇ ਸਕਦੇ, ਇਦਾਂ ਰੱਬ ਦੇ ਨਾਲੋਂ ਖੁੰਝੇ ਹੋਏ ਦਰ ਦਰ ਤੇ ਭਟਕਣ ਵਾਲੇ ਮਨੁੱਖ ਨੂੰ ਵੀ ਨਹੀਂ ਕਹਿ ਸਕਦੇ ਕਿ ਇਹ ਇੱਕ ਬਾਪ ਦਾ। ਲੋਕੀ ਕਹਿੰਦੇ ਅੱਜ ਕਿਸੇ ਨੂੰ ਗੁਰੂ ਧਾਰਨ ਕੀਤਾ, ਕੱਲ ਕਿਸੇ ਨੂੰ ਕੀਤਾ, ਪਰਸੋਂ ਕਿਸੇ ਨੂੰ ਕੀਤਾ, ਵੀ ਇਹਦਾ ਤੇ ਬਾਪ ਹੀ ਇੱਕ ਨਹੀਂ, ਇਹਦਾ ਤੇ ਪਿਤਾ ਹੀ ਇੱਕ ਨਹੀਂ, ਤੇ ਕਿਹੜੇ ਪਿਤਾ ਦਾ ਨਾਮ ਲੈ ਕੇ ਇਹਨੂੰ ਪੁਕਾਰਨਾ ਕਰੀਏ। ਉਹ ਜਿਹੜੇ ਦੁਨੀਆ ਦੇ ਇਤਿਹਾਸ ਵਿੱਚ ਭਟਕਣ ਵਾਲੇ ਮਨੁੱਖ ਹੁੰਦੇ ਨੇ, ਉਹਨਾਂ ਦੀ ਹਾਲਾਤ ਬੇਸਵਾ ਦੇ ਪੁੱਤਰ ਵਰਗੀ ਹੁੰਦੀ ਹੈ। ਸਾਧ ਸੰਗਤ ਸੱਚ ਜਾਣਿਓ, ਜਿਹੜਾ ਮਨੁੱਖ ਕਿਸੇ ਇੱਕ ਦਰ ਦਾ ਬਣ ਕੇ ਨਹੀਂ ਰਹਿੰਦਾ, ਗੁਰੂ ਸਾਹਿਬ ਜੀ ਕਹਿੰਦੇ ਜੋ ਬੇਸੂਆ ਪੂਤ ਨਿਨਾਮ, ਜਿਵੇਂ ਬੇਸਵਾ ਦੇ ਪੁੱਤਰ ਨੂੰ ਆਪਾਂ ਕੋਈ ਨਾਮ ਨਹੀਂ ਨਾ ਦੇ ਸਕਦੇ, ਇਦਾਂ ਦਰ ਦਰ ਤੇ ਭਟਕਣ ਵਾਲੇ ਮਨੁੱਖ ਨੂੰ ਵੀ ਆਪਾਂ ਕੋਈ ਨਾਮ ਨਹੀਂ ਦੇ ਸਕਦੇ ਵੀ ਇਹਦਾ ਪਿਤਾ ਇੱਕ ਹੈ। ਗੁਰੂ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਇੱਥੇ ਬਖਸ਼ਿਸ਼ ਕੀਤੇ ਨੇ। ਬਿਨ ਸਿਮਰਨ ਜੈਸੇ ਸਿੰਘ ਸਿਤਾਰਾ, ਬੋਲੇ ਕੂਰ ਸਾਕਤ ਮੁਖ ਕਾਰਾ। ਪਾਤਸ਼ਾਹ ਕਹਿਣਗੇ ਪਰਮਾਤਮਾ ਦੇ ਸਿਮਰਨ ਤੋਂ ਵਿਹੂਣਾ ਮਨੁੱਖ ਇਦਾਂ ਦਾ ਜਿਵੇਂ ਭੇਡੂ ਦੇ ਸਿੰਘ ਹੁੰਦੇ ਨੇ, ਕਿਸੇ ਕੰਮ ਦੇ ਨਹੀਂ। ਗੁਰੂ ਪਾਤਸ਼ਾਹ ਕਹਿਣਗੇ ਇਸੇ ਤਰ੍ਹਾਂ ਜਿਹੜੇ ਰੱਬ ਦੇ ਨਾਮ ਤੋਂ ਵਿਹੂਣੇ ਮਨੁੱਖ ਨੇ, ਉਹ ਵੀ ਸੰਸਾਰ ਤੇ ਨਿਕੰਮੇ ਹੀ ਨਹੀਂ, ਉਹ ਕਿਸੇ ਕੰਮ ਦੇ ਨਹੀਂ। ਉਹ ਤੇ ਐਵੇਂ ਸੰਸਾਰ ਦੇ ਉੱਤੇ ਆਇਆ ਗਿਆ, ਮੋਇਆ ਨਾਉ ਪਿਛੈ ਪਤਲ ਸਦਿਓ ਕਾਬ। ਗੁਰੂ ਸਾਹਿਬ ਜੀ ਕਹਿੰਦੇ ਇਦਾਂ ਉਹ ਤੇ ਸੰਸਾਰ ਤੇ ਆਇਆ, ਕੋਈ ਕੰਮ ਨਹੀਂ ਕੀਤਾ, ਨਾ ਉਹਨੇ ਆਪਣਾ ਜੀਵਨ 'ਚ ਕੁਝ ਸਵਾਰਿਆ, ਨਾ ਪਰਿਵਾਰ ਦਾ ਸਵਾਰਿਆ, ਨਾ ਸੰਸਾਰ ਦਾ ਸਵਾਰਿਆ, ਤੇ ਸੰਸਾਰ ਤੇ ਆਏ, ਖਾਧਾ ਪੀਤਾ ਤੇ ਮਰ ਗਏ ਤੇ ਸੰਸਾਰ ਤੋਂ ਚਲਾ ਗਏ। ਕਹਿੰਦੇ ਜਿਵੇਂ ਭੇਡੂ ਦੇ ਸਿੰਘ ਕਿਸੇ ਕੰਮ ਦੇ ਨਹੀਂ ਨਾ, ਕੇਵਲ ਟੱਕਰਾਂ ਮਾਰਨ ਜੋਗੇ ਹੀ ਨੇ। ਪਾਤਸ਼ਾਹ ਕਹਿਣਗੇ ਇਸੇ ਤਰ੍ਹਾਂ ਐਸੇ ਮਨੁੱਖ ਦਾ ਜੀਵਨ ਵੀ ਸੰਸਾਰ ਦੇ ਉੱਤੇ ਹੁੰਦਾ ਹੈ। ਬੋਲੇ ਕੂਰ ਸਾਕਤ ਮੁਖ ਕਾਰਾ, ਇਦਾਂ ਰੱਬ ਦੇ ਨਾਮ ਤੋਂ ਵਿਹੂਣਾ ਮਨੁੱਖ ਸਦਾ ਕੂੜ ਹੀ ਬੋਲਦਾ, ਸਾਧ ਸੰਗਤ ਝੂਠ ਹੀ ਬੋਲਦਾ, ਉਹ ਕਦੇ ਸੱਚ ਨਹੀਂ ਬੋਲਦਾ। ਗੁਰੂ ਸਾਹਿਬ ਜੀ ਕਹਿੰਦੇ ਮੁਖ ਕਾਰਾ, ਇੰਜ ਕਹਿ ਦਈਏ ਸਾਧ ਸੰਗਤ, ਉਹ ਮੁਖ ਤੋਂ ਹਮੇਸ਼ਾ ਹਰ ਵਕਤ ਐਸੇ ਝੂਠੇ ਬਚਨ ਬੋਲੇਗਾ ਜਿਹਦਾ ਕਿਸੇ ਨੂੰ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ। ਝੂਠਾ ਮਨੁੱਖ ਝੂਠੀਆਂ ਬਾਤਾਂ ਦੀ ਸੰਸਾਰ ਤੇ ਕੁਫਰ ਬਨ ਬਨ ਕੇ ਤੋਲੀ ਜਾਵੇਗਾ, ਵੱਡੇ ਵੱਡੇ ਭੰਡਾਰੇ ਗੱਪਾਂ ਦੇ ਸੰਸਾਰ ਦੇ ਉੱਤੇ ਭਰੀ ਜਾਵੇਗਾ, ਪਰ ਉਹਦੇ ਉਹਨਾਂ ਭੰਡਾਰਿਆਂ ਦਾ ਫਾਇਦਾ ਕੋਈ ਨਹੀਂ। ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦਾ ਜੀਵਨ ਇਦਾਂ ਦਾ ਹੁੰਦਾ ਹੈ। ਬਿਨ ਸਿਮਰਨ ਗਰਦਬ ਕੀ ਨਿਆਈ, ਸਾਕਤ ਥਾਨ ਭ੍ਰਿਸ਼ਟ ਫਿਰਾਹੇ। ਹੁਣ ਅਗਲੀ ਗੱਲ ਗੁਰੂ ਸਾਹਿਬ ਜੀ ਕਹਿੰਦੇ ਪ੍ਰਮਾਤਮਾ ਦੇ ਸਿਮਰਨ ਤੋਂ ਵਿਹੂਣੇ ਮਨੁੱਖ ਦੀ ਜ਼ਿੰਦਗੀ ਗਧੇ ਵਰਗੀ ਹੁੰਦੀ ਹੈ। ਹੁਣ ਸਾਧ ਸੰਗਤ ਗਧੇ ਦੀ ਜ਼ਿੰਦਗੀ ਕੀ ਹੈ? ਆਪਾਂ ਕਹਿੰਦੇ ਹਾਂ ਰੱਬ ਨਾਲੋਂ ਟੁੱਟਿਆ ਹੋਇਆ ਮਨੁੱਖ ਦੁਨੀਆ ਤੇ ਇੱਕ ਗਧੇ ਵਰਗੀ ਜ਼ਿੰਦਗੀ ਬਤੀਤ ਕਰਦਾ ਹੈ। ਗਧੇ ਦੀ ਜ਼ਿੰਦਗੀ ਕੀ ਹੈ ਸਾਧ ਸੰਗਤ? ਗਧਾ ਭਾਰ ਢੋਂਦਾ ਹੈ, ਤੇ ਬੰਦਾ ਵੀ ਤੇ ਸਾਰੀ ਜ਼ਿੰਦਗੀ ਪਰਿਵਾਰ ਵਾਸਤੇ ਘਰ ਵਾਸਤੇ ਭਾਰ ਹੀ ਢੋਂਦਾ ਹੈ। ਜੇ ਉਹਨੇ ਰੱਬ ਦੀ ਬੰਦਗੀ ਨਹੀਂ ਕੀਤੀ, ਕਦੇ ਗੁਰਦੁਆਰੇ ਨਹੀਂ ਆਇਆ, ਕਦੇ ਮੱਥਾ ਨਹੀਂ ਟੇਕਿਆ, ਕਦੇ ਨਮਸਕਾਰ ਨਹੀਂ ਕੀਤੀ, ਤੇ ਫਿਰ ਉਹਦੀ ਜ਼ਿੰਦਗੀ ਵਿੱਚ ਤੇ ਗਧੇ ਦੀ ਜ਼ਿੰਦਗੀ 'ਚ ਫਰਕ ਕੀ ਰਹਿ ਗਿਆ ਸਾਧ ਸੰਗਤ? ਗੁਰੂ ਸਾਹਿਬ ਜੀ ਕਹਿੰਦੇ ਇਹ ਕੰਮ ਤੇ ਗਧਾ ਵੀ ਕਰੀ ਜਾਂਦਾ ਹੈ, ਗਧਾ ਵੀ ਸਾਰੀ ਜ਼ਿੰਦਗੀ ਭਾਰ ਹੀ ਢੋਈ ਜਾਂਦਾ ਹੈ। ਤੇ ਜੇ ਤੂੰ ਵੀ 24 ਘੰਟੇ ਆਹੀ ਸੋਚੀ ਜਾਂਦਾ ਹੈ ਕਿ ਪਰਿਵਾਰ ਵਾਸਤੇ ਆਹ ਵੀ ਲੈ ਕੇ ਜਾਈਏ, ਆਹ ਵੀ ਲੈ ਕੇ ਜਾਈਏ, ਅਸੀਂ ਵੇਖਦੇ ਹਾਂ ਸਾਧ ਸੰਗਤ ਵਾਕਈ ਕਈ ਬੰਦਿਆਂ ਦੀ ਜ਼ਿੰਦਗੀ ਗਧੇ ਵਰਗੀ ਬਣ ਕੇ ਰਹਿ ਗਈ। ਉਹਨਾਂ ਸਾਰੀ ਜ਼ਿੰਦਗੀ ਕਦੇ ਰੱਬ ਦਾ ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਬਸ ਪਰਿਵਾਰ ਵਾਸਤੇ ਘਰ ਵਾਸਤੇ ਸਾਰੀ ਜ਼ਿੰਦਗੀ ਭਾਰ ਹੀ ਢੋਂਦੇ ਰਹੇ ਵੀ ਆ ਵੀ ਘਰ ਦਾ ਸਮਾਨ ਬਣਾ ਲਈਏ ਤੇ ਆ ਵੀ ਬਣਾ ਲਈਏ। ਸਾਹਿਬ ਕਹਿੰਦੇ ਉਹਨਾਂ ਨੇ ਸਾਰੀ ਜ਼ਿੰਦਗੀ ਇੱਦਾਂ ਹੀ ਸੰਸਾਰ ਦੇ ਉੱਤੇ ਜਿਹੜੀ ਹੈ ਉਹ ਬਤੀਤ ਕੀਤੀ ਹੈ। ਬਿਨ ਸਿਮਰਨ ਗਰਦਬ ਕੀ ਨਿਆਈ। ਪਾਤਸ਼ਾਹ ਕਹਿੰਦੇ ਕਿ ਉਹ ਗਧੇ ਦੀ ਨਿਆਈ ਕਹਿੰਦੇ ਨੇ ਬਰਾਬਰ,
ਕਹਿੰਦੇ ਗਧੇ ਵਿੱਚ ਤੇ ਉਸ ਮਨੁੱਖ ਵਿੱਚ ਕੋਈ ਫਰਕ ਨਹੀਂ ਜਿਹੜਾ ਪਰਮਾਤਮਾ ਦੇ ਨਾਮ ਤੋਂ ਵਿਹੂਣਾ ਸੰਸਾਰ ਦੇ ਉੱਤੇ ਆਪਣਾ ਜੀਵਨ ਬਤੀਤ ਕਰਦਾ ਹੈ। ਸਾਕਤ ਥਾਨ ਭ੍ਰਿਸ਼ਟ ਫਿਰਾਹੀ, ਕਹਿੰਦੇ ਕਿ ਐਸਾ ਰੱਬ ਨਾਲੋਂ ਟੁੱਟਿਆ ਹੋਇਆ ਮਨੁੱਖ ਜਿੱਥੇ ਵੀ ਧਰਤੀ ਦੇ ਉੱਤੇ ਫਿਰਦਾ ਹੈ ਨਾ, ਉਹਦਾ ਕੋਈ ਲਾਭ ਨਹੀਂ। ਉਹ ਭਾਵੇਂ ਸਾਰੀ ਦੁਨੀਆ ਘੁੰਮ ਲੇ, ਰੱਬ ਤੋਂ ਵਿਹੂਣਾ ਮਨੁੱਖ ਵੀ ਆ ਫਲਾਣੇ ਦੇਸ਼ ਤੋਂ ਫਲਾਣੀ ਚੀਜ਼ ਮੰਗਾਉਣੀ, ਫਲਾਣੇ ਦੇਸ਼ ਤੋਂ ਫਲਾਣੀ ਚੀਜ਼ ਮੰਗਾਉਣੀ, ਪਰਿਵਾਰ ਦੀ ਪਾਲਣਾ ਪੋਸ਼ਣਾ ਵਾਸਤੇ, ਘਰ ਦੀ ਵਸਤੂਆਂ ਵਾਸਤੇ, ਤੇ ਪਾਤਸ਼ਾਹ ਕਹਿੰਦੇ ਕਿ ਉਹਦਾ ਸੰਸਾਰ 'ਤੇ ਕੋਈ ਫਾਇਦਾ ਨਹੀਂ। ਹੁਣ ਸਾਧ ਸੰਗਤ ਵੇਖੋ, ਬੰਦਾ ਰੱਬ ਦੇ ਸਿਮਰਨ ਤੋਂ ਵਿਹੂਣਾ ਕਦੇ ਕਾਂ ਵਰਗੀ ਕਦੇ ਕੁੱਤੇ ਵਰਗੀ ਸੰਸਾਰ 'ਤੇ ਜ਼ਿੰਦਗੀ ਜਿਹੜੀ ਹੈ ਨਾ ਉਹ ਬਤੀਤ ਕਰਦਾ ਹੈ, ਤੇ ਇੱਦਾਂ ਜਿੱਥੇ ਵੀ ਜਾਂਦਾ ਹੈ ਉਹ ਥਾਂ ਨੂੰ ਭ੍ਰਿਸ਼ਟ ਦਿੰਦਾ ਹੈ। ਭਾਵ ਕਿ ਚੰਗੀ ਗੱਲ ਨਹੀਂ ਕਰਦਾ, ਉਹ ਚੰਗੇ ਭਲੇ ਥਾਂ ਨੂੰ ਵੀ ਮੰਦਾ ਬਣਾ ਦਿੰਦਾ ਹੈ। ਬਿਨ ਸਿਮਰਨ ਕੂਕਰ ਹਰ ਘਾਇਆ, ਸਾਕਤ ਲੋਭੀ ਬੰਦ ਨਾ ਪਾਇਆ। ਪਾਤਸ਼ਾਹ ਕਹਿੰਦੇ ਕਿ ਪਰਮਾਤਮਾ ਦੇ ਸਿਮਰਨ ਤੋਂ ਵਿਹੂਣਾ ਮਨੁੱਖ ਹਲਕਾਏ ਕੁੱਤੇ ਵਰਗਾ ਹੁੰਦਾ, ਹਲਕਾਏ ਕੁੱਤੇ ਵਰਗਾ। ਆਪਾਂ ਪਹਿਲਾਂ ਵੀ ਜ਼ਿਕਰ ਕਰਕੇ ਆਏ ਹਾਂ ਕਿ ਹਲਕਾਇਆ ਕੁੱਤਾ ਜਿਹੜਾ ਹੁੰਦਾ ਨਾ, ਉਹ ਆਪਣੇ ਮਾਲਕ ਨੂੰ ਹੀ ਵੱਢ ਦਿੰਦਾ। ਜਿਹੜਾ ਮਾਲਕ ਸਾਰੀ ਉਮਰ ਉਹਨੂੰ ਸਾਧ ਸੰਗਤ ਅੰਨ ਪਾਣੀ ਪਾਉਂਦਾ ਹੈ, ਆਪਣੇ ਕੁੱਤੇ ਦਾ ਹਰ ਵਕਤ ਧਿਆਨ ਰੱਖਦਾ, ਪਰ ਜਦੋਂ ਉਹਨੂੰ ਹਲਕਾ ਚੜ੍ਹ ਜਾਂਦਾ ਹੈ ਨਾ, ਹੁਣ ਬੰਦੇ ਨੂੰ ਕੁੱਤੇ ਨੂੰ ਤੇ ਹਲਕਾ ਦੂਜਾ ਚੜ੍ਹਦਾ ਹੈ, ਤੇ ਬੰਦੇ ਨੂੰ ਹਲਕਾ ਮਾਇਆ ਦੇ ਲਾਲਚ ਦਾ ਚੜ੍ਹਦਾ ਹੈ। ਜਦੋਂ ਬੰਦੇ ਦੀਆਂ ਅੱਖਾਂ ਵੀ ਹਲਕਾਈਆਂ ਜਾਂਦੀਆਂ ਨੇ ਨਾ, ਜਿਵੇਂ ਗੰਗੂ ਪਾਪੀ ਦੀਆਂ ਅੱਖਾਂ ਹਲਕਾਈਆਂ ਗਈਆਂ, ਇਹਨਾਂ ਤੇ ਧਿਆਨ ਹੀ ਨਹੀਂ ਆਇਆ। ਉਹ ਮਣਾ ਜਿਸ ਦਾਤੇ ਦੇ ਸਾਹਿਬਜ਼ਾਦਿਆਂ ਨੂੰ ਅੱਜ ਮੈਂ ਪਕੜਾਉਣ ਲੱਗਾ, ਆ ਥੋੜ੍ਹੀ ਜਿਹੀ ਥੈਲੀ ਦੇ ਲਾਲਚ ਦੇ ਵਿੱਚ ਆ ਕੇ ਉਸ ਦਾਤੇ ਦੀ ਤੇ ਚਰਨਾਂ ਵਿੱਚ ਦੁਨੀਆ ਸਿਜਦਾ ਕਰਦੀ ਹੈ। ਹਲਕਾਇਆ ਗਿਆ ਨਾ ਸਾਧ ਸੰਗਤ, ਮੋਹਰਾਂ ਦੀ ਲਾਲਚ ਵਿੱਚ ਹਲਕਾਇਆ ਗਿਆ। ਪਤਾ ਨਹੀਂ ਲੱਗਿਆ ਕਿ ਜਿਸ ਦਾਤੇ ਦੇ ਘਰ ਰਹਿ ਕੇ ਮੈਂ ਕਈ ਸਾਲ ਲੰਗਰ ਛਕਿਆ, ਅੱਜ ਉਸੇ ਘਰ ਦੀ ਵਿਰੋਧਤਾ ਕਰ ਰਿਹਾ। ਇਸੇ ਤਰ੍ਹਾਂ ਵੀ ਹੁੰਦਾ ਹੈ ਸਾਧ ਸੰਗਤ, ਕਈ ਬੰਦੇ ਐਸੇ ਹੁੰਦੇ ਨੇ ਜਿਹੜੇ ਸਾਰੀ ਜ਼ਿੰਦਗੀ ਇਸ ਦਾਤੇ ਦੇ ਘਰ ਦਾ ਖਾਂਦੇ ਨੇ, ਮੁੜ ਕੇ ਨਿੰਦਿਆ ਵੀ ਇਸੇ ਘਰ ਦੀ ਕਰਨਗੇ। ਤੁਸੀਂ ਕਈ ਥਾਵਾਂ ਤੇ ਜਾ ਕੇ ਵੇਖੋ, ਗੁਰਦੁਆਰਿਆਂ ਦੇ ਨਾਲੋਂ ਕਈ ਧਾਰਮਿਕ ਅਸਥਾਨਾਂ ਦਾ ਬਜਟ ਕਈ ਗੁਣਾ ਵੱਧ ਕੇ ਹੈ, ਪਰ ਉੱਥੇ ਜਾ ਕੇ ਖਾਣ ਵਾਸਤੇ ਤੇ ਸਾਧ ਸੰਗਤ 2 ਵਕਤ ਦੀ ਰੋਟੀ ਵੀ ਪ੍ਰਾਪਤ ਨਹੀਂ ਹੁੰਦੀ। ਪਰ ਇੱਕ ਗੁਰੂ ਨਾਨਕ ਦਾ ਘਰ ਐਸਾ ਹੈ ਜਿੱਥੇ ਕੋਈ ਭੁੱਖਾ ਆ ਤੇ ਸਕਦਾ, ਪਰ ਕਦੇ ਕੋਈ ਇਸ ਦਾਤੇ ਦੇ ਦਰ ਤੋਂ ਭੁੱਖਾ ਵਾਪਸ ਨਹੀਂ ਪਰਤਿਆ। ਮੈਂ ਇੱਕ ਧਾਰਮਿਕ ਅਸਥਾਨ ਤੇ ਗਿਆ, ਮੈਂ ਨਾਮ ਨਹੀਂ ਲੈਣਾ, ਬੜੀ ਹੈਰਾਨਗੀ ਹੋਈ ਜਦੋਂ ਉੱਥੇ ਜਾ ਕੇ ਕਹਿਣ ਲੱਗੇ ਪਹਿਲਾਂ ਇੱਥੇ ਗੱਡੀ ਜਮ੍ਹਾਂ ਕਰਾਓ ਤੇ ਉਹਦੀ ਵੀ ਭੇਟਾ ਦੇਣੀ ਪਵੇਗੀ, 20 ਰੁਪਏ 40 ਰੁਪਏ ਉੱਥੇ ਗੱਡੀ ਮੋਟਰਸਾਈਕਲ ਸਕੂਟਰ ਖੜਾ ਕਰਨ ਦੀ ਭੇਟਾ। ਫਿਰ ਅਗਲੇ ਪਾਸੇ ਜੋੜੇ ਰੱਖਣ ਗਏ ਤੇ ਉੱਥੇ ਜੋੜਿਆਂ ਦੇ ਵੀ ਪੈਸੇ ਲਏ ਗਏ ਸਾਧ ਸੰਗਤ, ਅਜੇ ਕਿ ਉਹਦੀ ਕਮਾਈ ਸਾਡੇ ਗੁਰਦੁਆਰਿਆਂ ਤੇ ਨਾਲੋਂ ਕਈ ਗੁਣਾ ਵੱਧ ਕੇ ਹੋਵੇਗੀ। ਜੋੜੇ ਰੱਖਣ ਦੀ ਵੀ ਭੇਟਾ। ਫਿਰ ਅੰਦਰ ਗਏ, ਕਹਿਣ ਲੱਗੇ ਜੀ ਉਹਨਾਂ ਚਿਰ ਤੇ ਬਾਂਦਰਾਂ ਨੇ ਅੰਦਰ ਨਹੀਂ ਜਾਣ ਦੇਣਾ ਜਿੰਨਾ ਚਿਰ 10 ਰੁਪਏ ਦੇ ਛੋਲੇ ਲੈ ਕੇ ਨਹੀਂ ਜਾਓਗੇ। ਬੜਾ ਦੁੱਖ ਹੋਇਆ। ਫਿਰ 10-20 ਰੁਪਏ ਦੇ ਬਾਂਦਰਾਂ ਨੂੰ ਇੱਧਰ ਉੱਧਰ ਪਹੁੰਚਾਉਣ ਵਾਸਤੇ ਛੋਲੇ ਵੀ ਲੈ ਕੇ ਜਾਣੇ ਪਏ। ਜਦੋਂ ਅੱਗੇ ਗਏ ਹੋਰ ਬੜਾ ਦੁੱਖ ਹੋਇਆ, ਜਦੋਂ ਉੱਥੋਂ ਦੀ ਲੰਘਣਾ ਪਿਆ ਨਾ ਸਾਧ ਸੰਗਤ, ਤੇ ਤਪਦੀ ਹੋਈ ਗਰਮੀ ਦੇ ਵਿੱਚ ਪੈਰ ਸੜਨ, ਲੋਕੀ ਆਪਣੇ ਬੱਚੇ ਚੁੱਕ ਚੁੱਕ ਕੇ ਭੱਜਣ। ਤੇ ਮੈਂ ਉੱਥੇ ਜਾ ਕੇ ਜ਼ਿਕਰ ਕੀਤਾ ਉਸ ਅਸਥਾਨ ਦੇ ਉੱਤੇ ਕਿ ਭਾਈ ਉਹ ਜਿਹਦਾ ਦਿੱਤਾ ਖਾਂਦੇ ਹੋ, ਘੱਟੋ ਘੱਟ ਉਸ ਦਾਤੇ ਦਾ ਤੇ ਸਤਿਕਾਰ ਕਰਿਆ ਕਰੋ। ਹੈਰਾਨਗੀ ਹੋਈ ਸਾਧ ਸੰਗਤ ਦੇਖ ਕੇ ਇਸ ਗੱਲ ਨੂੰ ਕਿ ਜਦੋਂ ਲੰਘਣ ਲੱਗੇ ਤੇ ਪੈਰ ਸੜਨ, ਤੇ ਜਦੋਂ ਅੱਗੇ ਗਏ ਤੇ ਜਿਹੜਾ ਧਾਰਮਿਕ ਗ੍ਰੰਥ ਸੀ ਨਾ, ਉਹ ਇੱਕ ਪਾਟੇ ਜੇ ਕੱਪੜੇ ਵਿੱਚ ਲਪੇਟ ਕੇ ਰੱਖਿਆ ਹੋਇਆ। ਮੈਂ ਕਿਹਾ ਘੱਟੋ ਘੱਟ ਆਪਣੇ ਗ੍ਰੰਥ ਦਾ ਸਤਿਕਾਰ ਤੇ ਕਰ ਲਿਆ ਕਰੋ। ਘੱਟੋ ਘੱਟ ਕੱਪੜਾ ਤਬਦੀਲ ਕੀਤੇ ਨੂੰ ਵੀ 2 ਸਾਲ ਤੋਂ ਵੱਧ ਸਮਾਂ ਹੋ ਗਿਆ। ਉਹ ਭਲਿਓ ਗ੍ਰੰਥ ਹਰ ਸਤਿਕਾਰਯੋਗ ਹੈ। ਮੇਰੇ ਗੁਰੂ ਕਲਗੀਧਰ ਪਿਤਾ ਨੇ ਤੇ ਕੁਰਾਨ ਦਾ ਵੀ ਸਤਿਕਾਰ ਕੀਤਾ ਸੀ ਕਿ ਤੁਸੀਂ ਭਾਵੇਂ ਕੁਰਾਨ ਤੇ ਭਰੋਸਾ ਕਰੋ ਜਾਂ ਨਾ ਕਰੋ, ਤੁਸੀਂ ਭਾਵੇਂ ਗਊ ਤੇ ਭਰੋਸਾ ਕਰੋ ਜਾਂ ਨਾ ਕਰੋ, ਪਰ ਅਸੀਂ ਤੁਹਾਡੇ ਧਾਰਮਿਕ ਚਿੰਨ੍ਹਾਂ ਦਾ ਤੇ ਤੁਹਾਡੇ ਧਾਰਮਿਕ ਗ੍ਰੰਥ ਦਾ ਸਤਿਕਾਰ ਕਰਦੇ ਹਾਂ। ਤੁਸੀਂ ਅੱਜ ਕਸਮਾਂ ਖਾ ਕੇ ਕਹਿ ਰਹੇ ਹੋ ਕਿ ਕਿਲ੍ਹਾ ਖਾਲੀ ਕਰ ਦਿਓ। ਮੇਰੇ ਦਾਤੇ ਨੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਦਿਆਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕੀਤਾ। ਗੱਲ ਜਦੋਂ ਗ੍ਰੰਥਾਂ ਦੇ ਸਤਿਕਾਰ ਦੀ ਆਈ, ਮੈਂ ਜ਼ਿਕਰ ਕੀਤਾ ਕਿ ਤੁਸੀਂ ਇੱਥੋਂ ਤੱਕ ਆਉਣ ਲੱਗਿਆ ਘੱਟੋ ਘੱਟ 100 ਰੁਪਏ ਦਾ ਖਰਚਾ ਕਰਨਾ ਪਿਆ। ਤੁਸੀਂ ਕਦੇ ਗੁਰੂ ਨਾਨਕ ਦੇ ਘਰ ਜਾ ਕੇ ਵੇਖਿਓ, ਜਿਹੜਾ ਜੋੜਾ ਜਮ੍ਹਾਂ ਕਰਾਉਂਦੇ ਹੋ ਨਾ, ਆਉਣ ਲੱਗਿਆਂ ਤੁਹਾਨੂੰ ਪਛਾਣਨਾ ਔਖਾ ਹੋ ਜਾਂਦਾ ਕਿ ਇਹ ਸਾਡਾ ਹੀ ਹੈ। ਗੁਰੂ ਘਰ ਦੇ ਪ੍ਰੇਮੀ ਜੇ ਟੁੱਟਾ ਹੋਵੇ ਤੇ ਜੋੜ ਕੇ ਦਿੰਦੇ ਨੇ,
नहीं तो पालिश करके दिते ने। साध संगत कितना फर्क है उन्हां अस्थानां दे उत्ते ते गुरु नानक दे घर दे अंदर। फिर भी लोग गुरु नानक दे घर नूं मंदा शब्द वरतणगे। ये बाबे नानक दा घर है। जिस दर ते आया साध संगत मनुख दा हरेक कारज सफल हुंदा है। ते गुरु साहिब जी कहंदे इदां कई बंदे जिहड़े हुंदे ने संसार ते एडे लालची हुंदे ने। गुरु साहिब जी कहंदे साकत लोभी बंध ना पाया। कहणगे वो रब नालों टुटे हुए मनुख एडे वड्डे लालची हुंदे ने। बंध ना पाया दा मतलब उन्हां दे लालच नूं दुनिया दा कोई भी मनुख जिहड़ा है ना वो थम नहीं सकदा। एडे वड्डे लालची लखां दे दिओ सहस खट्टे लख को उठ धावै तृप्त ना आवै माया पाशै पावै। पातशाह कहंदे उन्हां तृप्ति नहीं आउंदी यकीन नहीं आउंदा भरोसा नहीं आउंदा। वो माया दे लालच विच ग्रसे होए होर होर करदे पदार्थां दे लालच विच फसे होए अज एक फैक्टरी ला ली अज 2 ला लईए 10 ला लईए। जिवें साध संगत वड्डे वड्डे हाकमां दा रज नहीं ना हुंदा पिया इदां उन्हां दा भी रज नहीं हुंदा। वो सारी जिंदगी भुखे ही अपना जीवन बतीत कर देंदे। गुरु साहिब जी कहंदे साकत बंदा रब नाल टुटे हुए बंदे नूं दुनिया दा कोई मनुख रजा नहीं सकदा। मत सोचिओ उन्होंने लाख रुपया दे दईए तो उसकी तृप्ति हो जाएगी। लालची बंदे दा गुरु साहिब जी कहते कदे भी उहदे हिरदे नूं बंद नहीं पैंदा। उन्होंने भरोसा नहीं आउंदा उन्होंने यकीन नहीं आउंदा। लख मिल जाए तो वह 2 लाख वाले पासे चल जाएगा 2 लाख मिल जाए तो 4 लाख वाले पासे तुर जाएगा। गुरु साहिब जी कहते इदां लालची बंदा जिहड़ा है ना ਉਹਦੀ होर होर करदिਆਂ भुख जिहड़ी है वो वधी जाती है। साकत लोभी बंद ना पाया। साकत मनुख रब नालों टुटे हुए मनुख नूं जिहड़ा है वो किसी तरह भी आपां बंद नहीं पा सकते। बिन सिमरन है आत्म घाती साकत नीच तिस कुल नहीं जाते। परमात्मा दे सिमरन तो विहूणा मनुख आत्म घाती है। साध संगत आपां जे कोई बंदा आत्म हत्या कर लवे ना आपां कहने वेखो जी ये तो आत्म हत्या कर लईए नहीं चंगा काम नहीं किया। ये आत्म घाती जगत कसाई है भी ये वड्डा कसाई है। इन्हें आत्म हत्या कर ली जिंदगी दे उत्ते संघर्ष दे लड़न दे नालों इन्हें संघर्ष नालों नाता तोड़न वास्ते अपना आपा ही खत्म कर सकिया। इन्हें अपना आपा ही खत्म कर लिया। आत्म घाती असीं कहने इन्हें आत्मा का घात कर लिया। तो जिहड़ा बंदा रब का सिमरन नहीं ना करता रब की बंदगी नहीं करता वह भी आत्म घाती है। उन्हें आत्मिक जीवन खत्म कर लिया अपना संसार के उत्ते। शरीरक जीवन तो उन्हें संसार ते जीवे है पर आत्मिक तल ते वो मरिया हुआ है। आत्मिक तल ते वो खुंझिया हुआ है। पातशाह कहणगे उन्हें आत्म घाती वर्गी संसार के उत्ते जिंदगी बतीत की है। साकत नीच तिस कुल नहीं जाती। इदां ऐसा रब नालों टुटिया हुआ मनुख असी नहीं कह सकते कि एक किहड़ी कुल दा उहदी कुल ही कोई नहीं रह जाती। पातशाह कहणगे खसम विसारे ते कमजात नानक नावै बाज सनात। जिहड़े रब नूं विसार दिंदे ने ना वो संसार दे उत्ते नाम तो विहूणे मनुख सब तो वड्डे संसार दे उत्ते नीच जाति वाले हुंदे ने। नीच जाति करके जात करके कोई नीवा नहीं हुंदा। मनुख अपने कर्मां करके नीवा हुंदा है। नीच जात हर जपतियां उत्तम पदवी पाहे। पातशाह कहणगे जे कोई नीवा मनुख भी रब की बंदगी कर लवे वो भी संसार के उत्ते उच्ची पदवी प्राप्त कर लैंदा है। ਉਹਦੇ भी चरणों के उत्ते दुनिया के लोग सजदा करते हैं। पर जे कोई मनुख परमात्मा के नाम तो विहूणा रह के अपनी जिंदगी संसार ते बतीत करता है तो साहिब कहते सच जाणिओ ਉਹਦੀ कोई कुल जात बाकी नहीं। ये नहीं कह सकते फलानी कुल दा फलानी जात दा क्योंकि जात बरादरी सब तो नीच ऐसे इंसान संसार के उत्ते गिणिया जाता है। जिस भया किरपाल तिस साध सत संग मिलाया कहो नानक गुर जगत तराया। अखीर ते आके धन गुरु अर्जन साहब जी ने बड़े प्यारे बचन कहे। पातशाह कहणगे दुनिया के लोगों सत संगत विच आउण वाला मनुख जिहड़ा है ये सब तो वड्डा परमात्मा की किरपा का पात्र हुंदा है। सत संगत विच आके गुरु की संगत विच बैठ के कदे भी आ शब्द नहीं वरतना चाहिए कि रब ने मेरे ते किरपा नहीं की। भला क्यों? क्योंकि जिन्हां ते रब किरपा नहीं करता सच जाणिओ उस संगत विच ही नहीं आ सकते।
ਜਿਨ੍ਹਾਂ ਤੇ ਰੱਬ ਕਿਰਪਾ ਕਰਦਾ ਹੈ ਉਹ ਗੁਰੂ ਕੀ ਸੰਗਤ ਵਿੱਚ ਹੀ ਨਹੀਂ ਆ ਸਕਦੇ। ਸਾਧ ਸੰਗਤ ਜਿਨ੍ਹਾਂ ਤੇ ਰੱਬ ਕਿਰਪਾ ਕਰਦਾ ਹੈ ਨਾ ਉਹੀ ਗੁਰੂ ਕੀ ਸੰਗਤ ਵਿੱਚ ਆਉਂਦੇ ਨੇ। ਜਿਨ੍ਹਾਂ ਤੇ ਰੱਬ ਕਿਰਪਾ ਨਹੀਂ ਕਰਦਾ ਉਹ ਭਾਵੇਂ ਲਾਗੇ ਵੀ ਗੁਆਂਢ ਵਿੱਚ ਵੀ ਕਿਉਂ ਨਾ ਗੁਰੂ ਘਰ ਦੇ ਰਹਿੰਦੇ ਹੋਣ, ਉਹ ਕਦੇ ਗੁਰਦੁਆਰੇ ਆ ਕੇ ਨਮਸਕਾਰ ਨਹੀਂ ਕਰ ਸਕਦੇ। ਸਭ ਤੋਂ ਪਹਿਲਾਂ ਰੱਬ ਕਿਰਪਾ ਕਰਦਾ ਬੰਦੇ ਦੀ। ਜਿਸ ਬੰਦੇ ਨੂੰ ਰੱਬ ਨੇ ਨਰਕ ਚੋਂ ਕੱਢਣਾ ਹੋਵੇ ਨਾ ਤੇ ਸਵਰਗ ਵਰਗੀ ਜ਼ਿੰਦਗੀ ਬਖਸ਼ਣੀ ਹੋਵੇ, ਜਾਂ ਰੱਬ ਨੇ ਜਿਸ ਬੰਦੇ ਦਾ ਭਲਾ ਕਰਨਾ ਹੋਵੇ, ਚੰਗਾ ਕਰਮ ਜਿਸ ਮਨੁੱਖ ਤੇ ਕਰਨਾ ਹੋਵੇ ਨਾ, ਸਭ ਤੋਂ ਪਹਿਲਾਂ ਰੱਬ ਪਤਾ ਕੀ ਕਰਦਾ ਉਸ ਬੰਦੇ ਨੂੰ। ਸਭ ਤੋਂ ਪਹਿਲੀ ਕਿਰਪਾ ਕੀ ਕਰਦਾ ਉਸ ਮਨੁੱਖ ਦੇ ਉੱਤੇ? ਸਭ ਤੋਂ ਪਹਿਲੀ ਕਿਰਪਾ ਕਰਦਾ ਉਸ ਮਨੁੱਖ ਨੂੰ ਚੰਗੀ ਬੁੱਧੀ ਦੇ ਕੇ ਸੰਗਤ ਵਿੱਚ ਭੇਜ ਦਿੰਦਾ। ਇਹ ਰੱਬ ਦੀ ਸਭ ਤੋਂ ਪਹਿਲੀ ਕਿਰਪਾ ਹੁੰਦੀ ਹੈ ਬੰਦੇ ਨੂੰ ਨਰਕ ਵਿੱਚੋਂ ਕੱਢਣ ਦੀ। ਸਭ ਤੋਂ ਪਹਿਲੀ ਕਿਰਪਾ ਪਰਮੇਸ਼ਰ ਇਹ ਕਰਦਾ ਹੈ ਕਿ ਉਹਨੂੰ ਨਰਕ ਵਿੱਚੋਂ ਕੱਢਣ ਵਾਸਤੇ ਉਹਦੇ ਤੇ ਮਿਹਰਾਮਤ ਵਰਤਾ ਕੇ, ਕਿਰਪਾ ਵਰਤਾ ਕੇ ਉਹਨੂੰ ਸੰਗਤ ਵਿੱਚ ਭੇਜਦਾ ਹੈ। ਤੇ ਫਿਰ ਗੁਰੂ ਕਿਰਪਾ ਕਰਦਾ ਸਾਧ ਸੰਗਤ, ਉਸ ਮਨੁੱਖ ਨੂੰ ਗਿਆਨ ਦਿੰਦਾ, ਬੋਧੀ ਦਿੰਦਾ, ਅਕਲ ਦਿੰਦਾ, ਸੁਮੱਤ ਬਖਸ਼ਦਾ ਤੇ ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਰੱਬ ਨੇ ਕਿਰਪਾ ਕੀਤੀ, ਸੰਗਤ ਵਿੱਚ ਮਿਲਾਇਆ। ਮੈਂ ਨਹੀਂ ਕਹਿ ਰਿਹਾ, ਅੱਜ ਦੇ ਮੁਬਾਰਕ ਸ਼ਬਦ ਵਿੱਚ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ, ਪਾਤਸ਼ਾਹ ਮੁਬਾਰਕ ਬਚਨ ਕਹਿ ਰਹੇ ਨੇ, ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ। ਕਹਿੰਦੇ ਜਿਨ੍ਹਾਂ ਤੇ ਰੱਬ ਦੀ ਕਿਰਪਾ ਹੁੰਦੀ ਹੈ ਨਾ ਉਹਨਾਂ ਨੂੰ ਹੀ ਪਰਮਾਤਮਾ ਸੰਗਤ ਵਿੱਚ ਮਿਲਾਉਂਦਾ ਹੈ। ਸਤ ਸੰਗ ਮਿਲਾਇਆ ਕਹੋ ਨਾਨਕ ਗੁਰ ਜਗਤ ਤਰਾਇਆ। ਅਖੀਰ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਾਈ ਇਹ ਗੱਲ ਸੱਚ ਹੈ ਕਿ ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰਦਾ ਹੈ, ਗੁਰੂ ਮਿਹਰਾਮਤ ਕਰਦਾ ਹੈ, ਉਹਨਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਕੇ ਸੰਸਾਰ ਰੂਪੀ ਭਵਜਲ ਤੋਂ ਪਾਰ ਕਰ ਦਿੰਦਾ। ਇੱਦਾਂ ਗੁਰੂ ਨੇ ਪਤਾ ਨਹੀਂ ਕਿੰਨਿਆਂ ਕੁ ਦੇ ਜੀਵਨ ਨੂੰ ਸੰਸਾਰ ਰੂਪੀ ਭਵਜਲ ਤੋਂ ਪਾਰ ਕੀਤਾ ਹੈ। ਪਤਾ ਨਹੀਂ ਇੱਦਾਂ ਗੁਰੂ ਨੇ ਕਿੰਨਿਆਂ ਤੇ ਕਿਰਪਾ ਕੀਤੀ। ਪਹਿਲਾਂ ਉਹਨਾਂ ਨੂੰ ਗੁਰੂ ਕੀ ਸੰਗਤ ਵਿੱਚ ਬੁਲਾਇਆ ਤੇ ਫਿਰ ਸੰਗਤ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਪਰਮਾਤਮਾ ਨਾਲ ਮਿਲਾਪ ਕਰਾਇਆ ਤੇ ਫਿਰ ਉਹਨਾਂ ਦੇ ਜੀਵਨ ਨੂੰ ਸਵਾਰ ਦਿੱਤਾ। ਇਸੇ ਕਰਕੇ ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ। ਜੀ ਸਤ ਸੰਗਤ ਗੁਰੂ ਸਾਹਿਬ ਜੀ ਨੇ ਅੱਜ ਦੇ ਮੁਬਾਰਕ ਸ਼ਬਦ ਵਿੱਚ ਇਸ ਭੇਦ ਨੂੰ ਖੋਲ੍ਹ ਕੇ ਬਿਆਨ ਕੀਤਾ ਹੈ ਕਿ ਰੱਬ ਦੇ ਨਾਮ ਤੋਂ ਵਿਹੂਣਾ ਮਨੁੱਖ ਸੰਸਾਰ ਦੇ ਉੱਤੇ ਬੰਦਾ ਹੋ ਕੇ ਵੀ ਬੰਦਿਆਂ ਵਾਲੀ ਜ਼ਿੰਦਗੀ ਨਹੀਂ ਜੇ ਬਤੀਤ ਕਰਦਾ। ਇਸੇ ਕਰਕੇ ਉਹਨੂੰ ਬਾਰ-ਬਾਰ ਕਹਿਣਾ ਪੈਂਦਾ ਹੈ ਕਿ ਤੂੰ ਬੰਦਾ ਬਣ ਜਾ, ਤੂੰ ਬੰਦਾ ਬਣ ਜਾ। ਕੁੱਤੇ ਨੂੰ ਕਦੇ ਨਹੀਂ ਕਹਿਣਾ ਪੈਂਦਾ ਕਿ ਤੂੰ ਕੁੱਤਾ ਬਣ ਜਾ, ਪਤਾ ਕੁੱਤਾ ਹੋ ਕੇ ਕੁੱਤਿਆਂ ਵਾਲੇ ਕੰਮ ਕਰ ਰਿਹਾ ਹੈ। ਗਧੇ ਨੂੰ ਕਦੇ ਨਹੀਂ ਕਹਿਣਾ ਪੈਂਦਾ ਉਹ ਤੂੰ ਗਧਾ ਬਣ ਜਾ, ਕਿਉਂ? ਕਿਉਂਕਿ ਪਤਾ ਹੈ ਕਿ ਗਧਾ ਹੋ ਕੇ ਗਧਿਆਂ ਵਾਲੇ ਕੰਮ ਕਰ ਰਿਹਾ ਹੈ। ਉਹ ਭੈਂਸੇ ਨੂੰ ਕਦੇ ਨਹੀਂ ਕਹਿਣਾ ਪੈਂਦਾ ਕਿ ਤੂੰ ਭੈਂਸਾ ਬਣ ਜਾ। ਗੁਰੂ ਸਾਹਿਬ ਜੀ ਕਹਿੰਦੇ ਪਤਾ ਹੈ ਕਿ ਉਹ ਭੈਂਸਾ ਹੋ ਕੇ ਭੈਂਸਾਂ ਵਾਲੇ ਕੰਮ ਕਰ ਰਿਹਾ ਹੈ। ਬੰਦੇ ਨੂੰ ਬਾਰ-ਬਾਰ ਕਹਿਣਾ ਪੈਂਦਾ ਉਹ ਬੰਦਿਆ ਤੂੰ ਬੰਦਾ ਬਣ ਜਾ, ਕਿਉਂਕਿ ਬੰਦਾ ਹੋ ਕੇ ਵੀ ਬੰਦਾ ਜਿਹੜਾ ਨਾ ਉਹ ਬੰਦਗੀ ਵਾਲੇ ਕੰਮ ਜਦੋਂ ਨਹੀਂ ਕਰਦਾ ਤੇ ਉਹ ਗੰਦਗੀ ਦਾ ਭਰਿਆ ਹੋਇਆ ਸੰਸਾਰ ਤੇ ਮੰਦੇ ਕਰਮ ਕਰਦਾ ਹੈ। ਗੁਰੂ ਸਾਹਿਬ ਜੀ ਨੇ ਇੱਕ ਗੁਰਬਾਣੀ 'ਚ ਬੜੀ ਪਿਆਰੀ ਉਦਾਹਰਨ ਦਿੱਤੀ ਹੈ ਕਿ ਐਸਾ ਨਹੀਂ ਕਿ ਬੰਦੇ ਦਾ ਇੱਦਾਂ ਦਾ ਸੁਭਾਅ ਬਦਲਿਆ ਨਹੀਂ ਜਾ ਸਕਦਾ। ਸਾਹਿਬ ਕਹਿੰਦੇ ਫੀਲ ਰਬਾਬੀ ਬਲਦ ਪਖਾਵਜ, ਕਊਆ ਤਾਲ ਵਜਾਵੈ, ਪਹਿਰ ਚੋਲਣਾ ਗਧਾ ਨਾਚਾ, ਪੈਸਾ ਭਗਤ ਕਰਾਵੈ। ਕਹਿੰਦੇ ਇਹ ਮਨ ਦੇ 5 ਸੁਭਾਅ ਨੇ। ਜੇ ਰੱਬ ਦੀ ਕਿਰਪਾ ਹੋ ਜਾਵੇ ਨਾ ਤੇ ਹਾਥੀ ਵਰਗਾ, ਫੀਲ ਕਹਿੰਦੇ ਨੇ ਹਾਥੀ ਨੂੰ, ਹਾਥੀ ਨੂੰ ਕੁੰਚਰ ਵੀ ਕਿਹਾ, ਗੱਜ ਵੀ ਕਿਹਾ ਗੁਰਬਾਣੀ ਦੇ ਅੰਦਰ, ਤੇ ਫੀਲ ਵੀ ਕਿਹਾ। ਗੁਰੂ ਸਾਹਿਬ ਜੀ ਕਹਿੰਦੇ ਫੀਲ ਰਬਾਬੀ, ਇਹ ਹਾਥੀ ਵਰਗਾ ਸੁਭਾਅ, ਇਹ ਜਿਹੜਾ ਹਾਥੀ ਵਰਗਾ ਸੁਭਾਅ ਹੈ ਨਾ ਇਹ ਵੀ ਰੱਬ ਦੇ ਘਰ ਦੀ ਰਬਾਬ ਵਜਾਉਣ ਵਾਲਾ ਰਬਾਬੀ ਬਣ ਸਕਦਾ ਹੈ। ਫੀਲ ਰਬਾਬੀ ਬਲਦ ਪਖਾਵਜ, ਬੈਲ ਵਰਗਾ ਆਲਸੀ ਸੁਭਾਅ ਵਾਲਾ ਮਨ ਵੀ ਬਦਲ ਸਕਦਾ ਹੈ। ਇਹ ਗੁਰੂ ਘਰ ਆ ਕੇ ਪੱਖਾ ਝੱਲਣ ਦੀ ਸੇਵਾ ਕਰ ਸਕਦਾ ਹੈ। ਕਊਆ ਤਾਲ ਵਜਾਵੈ, ਕਾਂ ਵਰਗਾ ਇਹ ਸੁਭਾਅ ਚਲਾਕੀਆਂ ਕਰਨ ਵਾਲਾ ਤੇ ਗੰਦਗੀ ਖਾਣ ਵਾਲਾ ਸੁਭਾਅ ਇਹ ਵੀ ਬੰਦੇ ਦਾ ਛੱਡਿਆ ਜਾ ਸਕਦਾ। ਇਹ ਤਾਲ ਵਜਾਵੈ, ਇਹ ਰੱਬ ਦੇ ਘਰ ਦਾ ਆ ਕੇ ਤਾਲ ਵਜਾ ਕੇ ਨਾ ਰੱਬ ਦੇ ਗੁਣ ਗਾ ਸਕਦਾ ਹੈ। ਪਹਿਰ ਚੋਲਣਾ ਗਧਾ ਨਾਚੈ, ਤੇ ਜਿਹੜਾ ਗਧੇ ਵਰਗਾ ਸੁਭਾਅ ਹੈ ਨਾ ਭਾਰ ਢੋਣ ਵਾਲਾ, ਜੇ ਰੱਬ ਦੀ ਕਿਰਪਾ ਹੋਵੇ ਨਾ ਤੇ ਇਹ ਗਧੇ ਵਰਗਾ ਸੁਭਾਅ ਵੀ ਤਬਦੀਲ ਹੋ ਸਕਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਐਸਾ ਮਨੁੱਖ ਵੀ ਰੱਬ ਦੇ ਘਰ ਦੀ ਬੰਦਗੀ ਵਾਲਾ ਚੋਲਾ ਪਾ ਕੇ ਨਾ ਰੱਬ ਦੀ ਨਜ਼ਰ ਵਿੱਚ ਪ੍ਰਵਾਨ ਹੋ ਸਕਦਾ ਹੈ। ਭੈਂਸਾ ਭਗਤ ਕਰਾਵੈ, ਤੇ ਭੈਂਸੇ ਵਰਗਾ ਅਮੋੜ ਸੁਭਾਅ ਇਹ ਵੀ ਬਦਲ ਸਕਦਾ। ਜਿਹੜਾ ਮਨ ਕਹਿੰਦਾ ਸੀ ਨਾ ਮੈਂ ਇਸ ਪਾਸੇ ਤੋਂ ਮੁੜਨਾ ਨਹੀਂ, ਉਹ ਵੀ ਮੁੜ ਸਕਦਾ ਹੈ। ਪਰ ਕਦੋਂ? ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ।
ਇਹ ਭਗਤੀ ਕਰ ਸਕਦਾ ਹੈ। ਇਹ ਭੈਂਸੇ ਵਰਗਾ ਅਮੋੜ ਸੁਭਾਅ ਵੀ ਤਬਦੀਲ ਹੋ ਸਕਦਾ ਹੈ, ਇਹਨੂੰ ਵੀ ਮੋੜਿਆ ਜਾ ਸਕਦਾ ਹੈ ਤੇ ਰੱਬ ਦੀ ਬੰਦਗੀ ਵਾਲੇ ਪਾਸੇ ਲਾਇਆ ਜਾ ਸਕਦਾ ਹੈ। ਪਰ ਇਹ ਸਾਰਾ ਕੁਝ ਤਾਂ ਵਰਤ ਸਕਦਾ ਹੈ ਜਦੋਂ ਗੁਰੂ ਸਾਡੇ ਤੇ ਕਿਰਪਾ ਕਰਦਾ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਤਬਦੀਲੀ ਮਨੁੱਖ ਦੇ ਜੀਵਨ 'ਚ ਨਹੀਂ ਹੋ ਸਕਦੀ। ਜਦੋਂ ਗੁਰੂ ਕਿਰਪਾ ਕਰਦਾ ਹੈ, ਗੁਰੂ ਮਿਹਰਾਮਤ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਤੇ ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ, ਫਿਰ ਜਿਹਨਾਂ ਤੇ ਗੁਰੂ ਕਿਰਪਾ ਕਰਦਾ ਹੈ ਨਾ, ਉਹਨਾਂ ਨੂੰ ਸਤ ਸੰਗਤ ਵਿੱਚ ਮਿਲਾ ਲੈਂਦਾ ਹੈ। ਤੇ ਇੱਦਾਂ ਪਤਾ ਨਹੀਂ ਸੰਗਤ ਵਿੱਚ ਮਿਲਾ ਕੇ ਕਿੱਡੇ ਕਿੱਡੇ ਵੱਡੇ ਪਾਪੀਆਂ ਦਾ, ਸੰਸਾਰ ਦੇ ਉੱਤੇ ਠੱਗਾਂ ਦਾ, ਚੋਰਾਂ ਦਾ ਗੁਰੂ ਸਾਹਿਬ ਜੀ ਨੇ ਉਧਾਰ ਕੀਤਾ ਹੈ। ਔਰ ਇਹ ਤਰੀਕਾ ਵਰਤਿਆ ਗੁਰੂ ਸਾਹਿਬ ਜੀ ਨੇ ਸੰਗਤ ਵਿੱਚ ਮਿਲਾਉਣ ਦਾ। ਤੇ ਸੰਗਤ ਵਿੱਚ ਆਇਆਂ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਿੱਥੇ ਰੱਬ ਵਸਦਾ ਹੈ, ਜਿੱਥੇ ਪਰਮੇਸ਼ਰ ਦੀ ਕਿਰਪਾ ਵਰਤਦੀ ਹੈ, ਇੱਥੇ ਆਇਆ ਮਨੁੱਖ ਦੇ ਜੀਵਨ ਦਾ ਸੰਸਾਰ ਰੂਪੀ ਭਵਜਲ ਤੋਂ ਪਾਰ ਉਤਾਰਾ ਹੋ ਜਾਂਦਾ ਹੈ।